ਸਤਿ ਸ੍ਰੀ ਅਕਾਲ ਜੀ। ਮੈਂ ਚੰਨਪ੍ਰੀਤ ਚੀਮਾ ਤੁਹਾਡਾ ਸਾਰਿਆਂ ਦਾ ਮਾਲਵਾ ਟੀਵੀ ਤੇ ਹਾਰਦਿਕ ਸਵਾਗਤ ਕਰਦਾ ਹਾਂ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਕਿਸੇ ਨਾ ਕਿਸੇ ਸੁਪਰਸਟਾਰ ਨੂੰ ਤੁਹਾਡੇ ਰੂਬਰੂ ਕਰੀਦਾ। ਉਸੇ ਲੜੀ ਦੇ ਤਹਿਤ ਅੱਜ ਤੁਹਾਨੂੰ ਇੱਕ ਅਜਿਹੀ ਪਿਆਰੀ ਸ਼ਖਸੀਅਤ ਦੇ ਨਾਲ ਮਿਲਾਉਣਾ ਜਿਨ੍ਹਾਂ ਦਾ ਕਬੱਡੀ ਜਗਤ ਦੇ ਵਿੱਚ ਵੱਡਾ ਨਾਮ ਆ। ਕਬੱਡੀ ਦੇ ਪਲੇਅਰ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ, ਬੜਾ ਪਿਆਰ ਕਰਦੇ ਨੇ। ਮੇਰੇ ਨਾਲ ਅੱਜ ਹੋਣਗੇ ਬਾਈ ਭਗਵਾਨ ਸਿੰਘ ਰਾਮੂਵਾਲਾ। ਕਬੱਡੀ ਦੇ ਅਨੇਕਾਂ ਸੁਪਰਸਟਾਰ ਖਿਡਾਰੀਆਂ ਨੂੰ ਇਹਨਾਂ ਨੇ ਬਣਾਇਆ ਤੇ ਬੜੇ ਸੋਹਣੇ ਢੰਗ ਦੇ ਨਾਲ ਜਿਹੜੇ ਨਵੇਂ ਪਲੇਅਰ ਅੱਜ ਦੇ ਸਮੇਂ ਵਿੱਚ ਵੀ ਤਿਆਰ ਕਰਦੇ ਨੇ। ਸੋ ਆਪਾਂ ਉਹਨਾਂ ਦੇ ਨਾਲ ਢੇਰ ਸਾਰੀਆਂ ਅੱਜ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ। ਬਾਈ ਭਗਵਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਵਾ ਟੀਵੀ ਤੇ। ਸੋ ਪਰਮ ਸਤਿਕਾਰਯੋਗ ਮਾਲਵਾ ਟੀਵੀ ਦੇਖਣ ਵਾਲਿਆਂ, ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਧੰਨਵਾਦ ਕਰਦਾ ਚਰਨਜੀਤ ਸਿੰਘ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਉਦਮ ਕਰਕੇ ਦਾਸ ਦੇ ਬੋਲਾਂ ਨੂੰ ਤੁਹਾਡੇ ਤੱਕ ਪਹੁੰਚਾਇਆ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਅੱਜ ਆਪਾਂ ਕਬੱਡੀ ਦੇ ਨਾਲ ਜੁੜੀਆਂ ਹੋਈਆਂ ਅਨੇਕਾਂ ਗੱਲਾਂ ਬਾਈ ਭਗਵਾਨ ਸਿੰਘ ਜੀ ਉਹਨਾਂ ਨਾਲ ਸਾਂਝੀਆਂ ਕਰਨੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਅਨੇਕਾਂ ਜਿਹੜੇ ਪਲੇਅਰ ਨੇ ਬਾਈ ਜੀ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਖੇਡ ਕਬੱਡੀ ਦੇ ਲਈ ਤਿਆਰ ਕੀਤੇ ਨੇ, ਜਾਂ ਜਿੱਦਾਂ ਹੁਣ ਵੀ ਬਾਈ ਜੀ ਉਹਨਾਂ ਦੇ ਜਿਹੜੇ ਕੈਂਪ ਲੱਗੇ ਹੋਏ ਨੇ, ਉਹਨਾਂ ਸਾਰੇ ਵਿਸ਼ਿਆਂ 'ਤੇ ਆਪਾਂ ਤੁਹਾਡੇ ਨਾਲ ਜਾਣੂ ਕਰਵਾਉਣਾ ਵਾ। ਬਾਈ ਜੀ, ਤੁਹਾਡਾ ਪਹਿਲਾਂ ਤਾਂ ਜਨਮ ਬਾਰੇ ਦੱਸੋ ਤੇ ਪਿਛੋਕੜ ਕੀ ਆ? ਮੇਰਾ ਪਿੰਡ ਨਵਾਂ ਰਾਮੂਵਾਲਾ, ਜ਼ਿਲ੍ਹਾ ਮੋਗਾ। ਮੇਰੇ ਫਾਦਰ ਦਾ ਨਾਮ ਸਰਦਾਰ ਮਹਿੰਦਰ ਸਿੰਘ ਤੇ ਮੇਰੀ ਮਾਤਾ ਜੀ ਦਾ ਨਾਮ ਰਣਜੀਤ ਕੌਰ। ਮੇਰਾ ਜਨਮ 1965 ਦੇ ਵਿੱਚ ਹੋਇਆ ਤੇ ਮੈਂ ਰਾਮੂ ਵਾਲੇ ਸਕੂਲ ਦੇ ਵਿੱਚ 8 ਜਮਾਤਾਂ ਤੱਕ ਪੜ੍ਹਿਆ। ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਲਗਨ ਸੀ ਗਰਾਊਂਡ ਦੇ ਵਿੱਚ ਗੇਮਾਂ ਖੇਡਣ ਦੀ, ਚਾਹੇ ਉਹ ਵਾਲੀਬਾਲ ਹੋਵੇ, ਚਾਹੇ ਫੁੱਟਬਾਲ ਹੋਵੇ, ਚਾਹੇ ਉਹ ਸਰਕਲ ਸਟਾਈਲ ਕਬੱਡੀ ਹੋਵੇ। ਛੋਟੇ ਹੁੰਦਿਆਂ ਮੇਰੇ ਮਨ 'ਚ ਹੁੰਦੀ ਸੀ ਤਮੰਨਾ ਕਿ ਮੈਂ ਕੋਈ ਨਾ ਕੋਈ ਗੇਮ ਖੇਡਾਂ। ਸੋ ਬਾਈ, ਫਿਰ ਤੁਸੀਂ ਇੱਕਦਮ ਕਬੱਡੀ ਵੱਲ ਕਿਵੇਂ ਆਏ? ਉਸ ਟਾਈਮ ਮੈਂ ਪਹਿਲਾਂ ਛੋਟਾ ਸੀਗਾ ਤੇ ਛੋਟੇ ਹੁੰਦਿਆਂ ਸਾਡੇ ਪਿੰਡ ਦੇ ਵਿੱਚ ਜਿਹੜੀ ਗੇਮ ਸੀ ਉਹ ਜ਼ਿਆਦਾ ਫੁੱਟਬਾਲ ਦੀ ਸੀ। ਸ਼ਾਮ ਨੂੰ ਅਸੀਂ 3 ਭਰਾ ਛੋਟੇ ਹੁੰਦੇ ਹੀ ਜਾਣੀ ਗਰਾਊਂਡ ਦੇ ਵਿੱਚ ਜਾਂਦੇ। ਕਦੇ ਕਦੇ ਮੈਨੂੰ ਹੁਣ ਯਾਦ ਆਉਂਦਾ ਕਿ ਸਾਡੀ ਮਾਤਾ ਜੀ ਨੇ ਸਾਨੂੰ ਬੋਲ ਕਬੋਲ ਬੋਲਣੇ ਕਿ ਤੁਸੀਂ ਧਾਰਾਂ ਨਹੀਂ ਚੋਂਦੇ, ਪਰ ਅਸੀਂ 3 ਜਾਣਿਆਂ ਨੇ, ਸਭ ਤੋਂ ਵੱਡਾ ਨਰੈਣ ਸਿੰਘ ਤੇ ਉਦੋਂ ਛੋਟਾ ਰਾਮ ਸਿੰਘ ਸੀ ਜਿਹੜਾ ਨਾਨਕੇ ਪਿੰਡ ਰਹਿੰਦਾ ਸੀਗਾ, ਉਹ ਸ਼ੁਰੂ ਤੋਂ ਨਾਨਕੇ ਰਿਹਾ। ਤੀਜੇ ਨੰਬਰ 'ਤੇ ਮੇਰਾ ਨਾਮ ਭਗਵਾਨ ਸਿੰਘ ਆ, ਮੈਂ ਸੀਗਾ, ਤੇ ਚੌਥੇ ਨੰਬਰ 'ਤੇ ਸ਼ਾਮ ਸਿੰਘ ਸੀਗਾ ਛੋਟਾ। ਅਸੀਂ 3 ਜਾਣੇ ਰਾਮੂ ਵਾਲੇ ਰਹਿੰਦੇ ਤੇ ਅਸੀਂ ਤਿੰਨੇ ਹੀ ਗਰਾਊਂਡ ਦੇ ਵਿੱਚ ਫੁੱਟਬਾਲ ਖੇਡਦੇ ਤੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਫੁੱਟਬਾਲ ਦਾ ਬਹੁਤ ਜ਼ਿਆਦਾ ਜਨੂੰਨ ਸੀਗਾ। ਫਿਰ ਉਸ ਤੋਂ ਬਾਅਦ ਜਦੋਂ ਸਮੇਂ ਦੇ ਨਾਲ ਮੈਂ ਏਜ ਦੇ ਹਿਸਾਬ ਨਾਲ ਵੱਡਾ ਹੁੰਦਾ ਗਿਆ ਤੇ ਮੇਰੇ ਮਨ 'ਚ ਹੋਰ ਆਇਆ ਕਿ ਹੁਣ ਮੇਰਾ ਸਰੀਰ ਅੱਗੇ ਨਾਲੋਂ ਪੂਰਾ ਫਿੱਟ ਹੋ ਰਿਹਾ ਤੇ ਮੈਂ ਕਿਸੇ ਹੋਰ ਗੇਮ ਨੂੰ ਚੋਣ ਕਰਾਂ। ਤੇ ਨਾਨਕੇ ਪਿੰਡ ਜਿਹੜਾ ਮੇਰਾ ਭਰਾ ਰਹਿੰਦਾ ਸੀਗਾ, ਕੁਦਰਤੀ ਤੌਰ 'ਤੇ ਹੁਣ ਘਰ ਦਾ ਜਿਹੜੀ ਆਰਥਿਕ ਸੀਗੀ ਉਹ ਉਸ ਤਰ੍ਹਾਂ ਦੀ ਸੀ, 4 ਭਰਾ ਸੀ ਤੇ ਮਾਪਿਆਂ ਨੇ ਸੋਚਿਆ ਕਿ ਕਿਉਂ ਨਾ ਇੱਕ ਬੱਚੇ ਨੂੰ ਬਾਹਰ ਭੇਜਿਆ ਜਾਵੇ। ਉਸ ਸਮਾਂ 'ਚ ਅਰਬ ਕੰਟਰੀਆਂ 'ਚ ਜਾਣ ਦਾ ਜ਼ਿਆਦਾ ਰੁਝਾਨ ਸੀਗਾ ਤੇ 1982 ਦੇ ਵਿੱਚ ਮੇਰਾ ਜਿਹੜਾ ਵੱਡਾ ਭਰਾ ਸੀ ਰਾਮ ਸਿੰਘ ਦੌਧਰ ਨਾਨਕੀ ਰਿਹਾ। ਉਹ 10 ਜਮਾਤਾਂ ਹਜੇ ਪਾਸ ਨਹੀਂ ਸੀ, ਉਹਨੂੰ ਬਹਿਰੀਨ ਦਾ ਵੀਜ਼ਾ ਮਿਲ ਗਿਆ ਤੇ ਬਹਿਰੀਨ ਚਲਾ ਗਿਆ ਕੰਮ ਕਰਨ ਵਾਸਤੇ। ਉਸ ਤੋਂ ਬਾਅਦ ਫਿਰ ਨੰਬਰ ਨਿਕਲਿਆ ਮੇਰਾ ਨਾਨਕੀ ਪਿੰਡ ਰਹਿਣ ਦਾ, ਤੇ ਜਦੋਂ ਮੈਂ ਨਾਨਕੀ ਪਿੰਡ ਰਹਿਣ ਗਿਆ ਤੇ ਉੱਥੇ ਮੈਂ ਖੋਜ ਕੀਤੀ ਕਿ ਮੈਨੂੰ ਕੋਈ ਨਾ ਕੋਈ ਗੇਮ ਚਾਹੀਦੀ ਹੈ। ਤੇ ਰਸੂਲਪੁਰ ਦੇ ਰਾਹ ਜਿਹੜਾ ਸਰਕਾਰੀ ਸਕੂਲ ਹੈ, ਉੱਥੇ ਕਬੱਡੀ ਦੀ ਗੇਮ ਚੱਲਦੀ ਸੀ। ਤੇ ਜਦੋਂ ਕਬੱਡੀ ਦੀ ਗੇਮ ਚੱਲਦੀ ਸੀ ਤੇ ਸ਼ਾਮ ਨੂੰ ਜਦੋਂ ਮੈਂ ਗਰਾਊਂਡ ਦੇ ਵਿੱਚ ਗਿਆ ਤੇ ਮੈਨੂੰ ਵੀ ਥੋੜ੍ਹਾ ਜਿਹਾ ਮਨ 'ਚ ਆਇਆ ਕਿ ਕੱਲ੍ਹ ਨੂੰ ਮੈਂ ਵੀ ਕੱਪੜੇ ਆ ਕੇ ਲਾਉਣੇ। ਉਸ ਦਿਨ ਤਾਂ ਮੈਂ ਵਾਪਸ ਆ ਗਿਆ। ਦੂਜੇ ਦਿਨ ਮੈਂ ਫਿਰ ਉਸੇ ਟਾਈਮ ਹੀ ਗਿਆ। ਉੱਥੇ ਖੇਡ ਰਹੇ ਸੀਗੇ ਜਿਵੇਂ ਗੇਜੀ ਦੌਧਰ ਦਾ, ਚਰਨਜੀਤ, ਸ਼ਾਮ ਸਿੰਘ, ਦਾਨੂ ਜਿਹਨੂੰ ਅਸੀਂ ਹੱਸ ਕੇ ਕਹਿੰਦੇ ਹੁੰਦੇ ਸੀ ਮਰਾਸੀ, ਉਹ ਅੱਜ ਦੁਨੀਆ 'ਤੇ ਨਹੀਂ ਸੀ, ਬਹੁਤ ਚੰਗਾ ਬੰਦਾ ਸੀਗਾ। ਇਹਨਾਂ ਦਾ ਉੱਥੇ ਜਿਹੜਾ ਆਪਸ ਵਿੱਚ ਦੋਸਤਾਂ ਦਾ ਮੇਲ ਮਿਲਾਪ, ਉਹ ਗਰਾਊਂਡਾਂ ਦੇ ਵਿੱਚ ਲੀੜੇ ਲਾ ਕੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਤੇ ਮੈਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਜਾ ਕੇ। ਤੁਹਾਨੂੰ ਜਿਹੜੀ ਕਬੱਡੀ ਦੀ ਚੇਟਕ ਆਪਦੇ ਨਾਨਕੇ ਪਿੰਡ ਦੌਧਰ ਤੋਂ ਜਾਣੀ ਕਿ ਲੱਗੀ? ਰਾਈਟ।
ਤੇ ਬਾਈ ਜੀ ਫਿਰ ਤੁਸੀਂ ਕਬੱਡੀ ਵਜਨੀ ਖੇਡੀ ਪਹਿਲਾਂ? ਮੈਂ 62 ਕਿਲੋ ਕਬੱਡੀ ਖੇਡੀ ਸਨ 82 ਤੋਂ ਲੈ ਕੇ 83 ਦੇ ਵਿੱਚ, 84 ਦੇ ਵਿੱਚ, ਫਿਰ 83 ਤੱਕ। ਮੈਂ 83 ਤੋਂ ਬਾਅਦ ਮੈਂ ਵੀ ਬਹਿਰੀਨ ਚਲਾ ਗਿਆ। ਠੀਕ ਹੈ ਜੀ। ਬਹਿਰੀਨ ਦੇ ਵਿੱਚ ਮੈਂ 2 ਸਾਲ ਪੂਰੇ ਨਹੀਂ ਕੀਤੇ, ਵਾਪਸ ਫਿਰ ਆ ਗਿਆ। ਫਿਰ ਆ ਕੇ ਮੈਂ ਨਾਨਕੀ ਪਿੰਡ ਰਹਿਣ ਲੱਗ ਗਿਆ ਤੇ ਫਿਰ ਮੈਂ 88 ਤੱਕ, ਫਿਰ ਮਤਲਬ 85 ਤੋਂ ਲੈ ਕੇ ਮਤਲਬ ਪੱਕਾ ਨਹੀਂ ਕਹਿ ਸਕਦਾ, 84 ਤੋਂ ਲੈ ਕੇ ਵੀ 88 ਤੱਕ 3 ਤੋਂ 4 ਸਾਲ ਫਿਰ ਮੈਂ ਦੌਦਰ ਦੀ ਟੀਮ ਦੇ ਵਿੱਚ ਮਤਲਬ ਕਬੱਡੀ ਖੇਡਿਆ। ਕਦੇ ਕਦੇ ਬੱਧਣੀ ਦੀ ਟੀਮ ਦੇ ਵਿੱਚ ਵੀ ਅਸੀਂ ਮੈਚ ਲਾਉਣ ਜਾਂਦੇ। ਮੱਦੋ ਕੇ ਵਾਲਾ ਇਕਬਾਲ ਉਸ ਵਕਤ ਦਾ ਸਟਾਰ ਖਿਡਾਰੀ ਸੀ 62 ਕਿਲੋ ਦਾ। ਸ਼ਾਇਦ ਹੀ ਕੋਈ ਬੰਦਾ ਉਨਾ ਤਕੜਾ ਹੋਵੇ 62 ਕਿਲੋ ਦਾ, ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਮੈਂ ਹੁਣ ਪ੍ਰੈਕਟਿਸ ਵੀ ਕਰਾਉਣਾ ਕਿ ਉਹ ਬੰਦਾ ਬਹੁਤ ਜ਼ਿਆਦਾ ਤਾਕਤਵਰ ਸੀ ਔਰ ਸਾਰਾ ਦਿਨ ਇਕੱਲਾ ਹੀ ਰੇਡਰਾਂ ਨੂੰ ਫੜ ਕੇ ਮੈਚ ਜਿਤਾ ਲੈਂਦਾ ਸੀ। 1987-88 ਦੇ ਦੌਰ 88 ਦੌਰਾਨ ਦੇ, ਹਾਂਜੀ 87 ਦੌਰਾਨ। ਫਿਰ ਬਾਈ ਤੁਸੀਂ ਜਿਹੜਾ ਨਾ ਜਿੱਦਾਂ ਹੁਣ ਪਿਛਲੇ ਲੰਬੇ ਸਮੇਂ ਤੋਂ ਖੇਡ ਮੈਦਾਨਾਂ ਦੇ ਵਿੱਚ ਪ੍ਰੈਕਟਿਸ ਕਰਵਾ ਰਹੇ ਹੋ, ਹਾਂਜੀ, ਇਸ ਵੱਲ ਕਿੱਦਾਂ ਰੁਝਾਨ ਹੋਇਆ ਤੁਹਾਡੇ ਮਨ ਦੇ ਵਿੱਚ ਆਇਆ ਹੋਵੇ ਕਿ ਮੈਂ ਵੀ ਪਲੇਅਰਾਂ ਨੂੰ ਤਿਆਰ ਕਰਵਾਵਾਂ? ਹਾਂਜੀ, ਫਿਰ ਉਹ ਸਮਾਂ ਗੁਜ਼ਰਦਾ ਗਿਆ 88 ਦਾ, 87 ਦਾ, ਤੇ 88 ਦੇ ਵਿੱਚ ਮੈਂ ਫਿਰ ਬਹਿਰੀਨ ਚਲਿਆ ਗਿਆ। ਜਦੋਂ 88 ਦੇ ਵਿੱਚ ਬਹਿਰੀਨ ਚਲਿਆ ਗਿਆ ਤੇ ਮੈਂ ਸਨ 94 ਤੱਕ ਬਹਿਰੀਨ ਦੇ ਵਿੱਚ ਕੰਮ ਕੀਤਾ। ਸਨ 94 ਦੇ ਵਿੱਚ ਮੈਂ ਫਿਰ ਵਾਪਸ ਆਇਆ। ਉਹ ਸਨ 94 ਜਦੋਂ SD ਸਕੂਲ ਦੇ ਵਿੱਚ ਹਰਜੀਤ ਹੋਣਾ ਦਾ ਮੈਚ ਹੋਇਆ। ਹਰਜੀਤ ਤੇ ਗਾਗੋ ਨੇ ਰੇਡਾਂ ਪਾਈਆਂ ਤੇ ਫਿੱਡੂ ਵੀ ਮੋਗਾ ਟੀਮ ਵੱਲੋਂ ਖੇਡਿਆ ਸੀ ਆਪਦੀ ਟੀਮ ਛੱਡ ਕੇ, ਤੇ ਆਪੋਜਿਟ ਇਹਨਾਂ ਦੇ ਸੀਗੇ ਮੰਗੀ ਸੁਰਖਪੁਰ ਦਾ, ਨੇਕੀ ਸਿੱਧਵਾਂ ਦੋਨਾਂ ਵਾਲਾ, ਇਹ ਸੀਗੇ। ਉਹ ਸਨ 94 ਦੀ ਗੱਲ ਹੈ। ਸਨ 94 'ਚ ਮੈਂ 8 ਮਹੀਨੇ ਫਿਰ ਪੰਜਾਬ 'ਚ ਰਹਿ ਕੇ ਫਿਰ ਮੈਂ ਬਹਿਰੀਨ ਚਲਿਆ ਗਿਆ। ਫਿਰ 99 ਦੇ ਵਿੱਚ ਮੈਂ ਵਾਪਸੀ ਕੀਤੀ, ਉੱਥੋਂ ਫਿਨਿਸ਼ ਕਰਕੇ ਆ ਗਿਆ। ਤੇ 99 ਦੇ ਵਿੱਚ ਫਿਰ ਜਦੋਂ ਮੈਂ ਆਇਆ ਮੇਰੇ ਮਨ 'ਚ ਫਿਰ ਸੀਗਾ ਕਿ ਮੈਂ ਚਲੋ ਠੀਕ ਸੀ, ਉਦੋਂ ਸਮਾਂ ਮੈਨੂੰ ਲੋੜ ਸੀਗੀ ਇਸ ਤਰ੍ਹਾਂ, ਘਰ ਦੀ ਆਰਥਿਕ ਹਾਲਤ ਥੋੜ੍ਹੀ ਬਹੁਤੀ ਸੁਧਰ ਜੇ, ਮੈਂ ਬਾਹਰ ਚਲਾ ਜਾਵਾਂ ਕੰਮ ਕਰਾਂ, ਪਰ ਮੇਰੇ ਮਨ 'ਚੋਂ ਰੁਚੀ ਗਈ ਨਹੀਂ ਖੇਡਾਂ ਵਾਲੀ। ਮੇਰੀਆਂ ਭਾਵਨਾਵਾਂ ਫਿਰ ਉਸ ਤਰ੍ਹਾਂ ਹੀ ਅੰਦਰ ਜਗਦੀਆਂ ਰਹੀਆਂ। ਤੇ ਚੜਿੱਕ ਵਾਲੇ ਸਰ ਜਿਹਨੂੰ ਮੱਖਣ DP ਨਾਂ ਦੇ ਨਾਲ ਜਾਣਿਆ ਜਾਂਦਾ, ਬਹੁਤ ਮਸ਼ਹੂਰ ਹੈ, ਉਹਨਾਂ ਦੀ ਪ੍ਰੈਕਟਿਸ ਚੱਲਦੀ ਸੀ ਮਹਿਰੋਂ ਗਰਾਊਂਡ ਦੇ ਵਿੱਚ। ਸੀਰਾ ਬੁੱਗੀਪੁਰੀਆ, ਜੱਸ ਗਗੜਾ ਦੁਨੀਆ ਤੇ ਨਹੀਂ ਰਿਹਾ ਵਿਚਾਰਾ, ਬਹੁਤ ਸਤਿਕਾਰਯੋਗ ਸ਼ਖਸੀਅਤ ਸੀਗੀ। ਬੱਬੂ ਪੜਾਣਾ, ਬਬਲੀ ਚੜਿੱਕ, ਇਹ ਪ੍ਰੈਕਟਿਸ ਕਰਦੇ ਸੀਗੇ ਮਹਿਰੋਂ ਗਰਾਊਂਡ ਦੇ ਵਿੱਚ। ਤੇ ਮੇਰਾ ਪਿੰਡ ਮਹਿਰੋਂ ਦੇ ਨਾਲ ਆ ਬਿਲਕੁਲ। ਮੈਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਅਕੈਡਮੀ ਦੀ ਪ੍ਰੈਕਟਿਸ ਚੱਲਦੀ ਹੈ, ਮੋਗਾ ਇੰਟਰਨੈਸ਼ਨਲ ਕਲੱਬ ਦੀ ਪ੍ਰੈਕਟਿਸ ਚੱਲਦੀ ਹੈ, ਤੇ ਮੈਂ ਫਿਰ ਉਹਨਾਂ ਦੇ ਕੋਲੇ ਜਾਣ ਲੱਗ ਗਿਆ। ਉਹਨਾਂ ਦਿਨਾਂ ਦੇ ਵਿੱਚ ਬਾਈ ਇੰਟਰਨੈਸ਼ਨਲ ਮੋਗੇ ਦੀ ਟੀਮ ਜਿਹੜੀ ਹੋਂਦ ਵਿੱਚ ਆ ਚੁੱਕੀ ਸੀ ਰਾਈਟ, 99-2000 ਸਾਲ ਦੇ ਵਿੱਚ, ਹਾਂਜੀ। ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ 4 ਕਲੱਬਾਂ ਜਿਹੜੀਆਂ ਬਣ ਚੁੱਕੀਆਂ ਸੀ, ਜਿੱਦਾਂ ਹਰਜੀਤ ਤਲਵਾਰ ਕਲੱਬ ਜਗਰਾਉਂ ਸੀ, ਇੰਟਰਨੈਸ਼ਨਲ ਮੋਗਾ ਸੀ, ਮੇਰਾ ਖਿਆਲ ਪੱਤੋ ਹੀਰਾ ਸਿੰਘ ਦੀ ਟੀਮ ਵੀ ਹੋਂਦ 'ਚ ਆ ਗਈ ਸੀ। ਬਾਈ ਤਾਰ ਲੰਡਿਆ ਹੋਣੀ, ਸਾਧੂ ਸਿੰਘ ਉਹਨਾਂ ਨੇ ਬੜੀ ਵਧੀਆ ਟੀਮ ਬਣਾਈ, ਬਹੁਤ ਵਧੀਆ। ਜਾਂ ਕਾਲਖ ਦੀ ਟੀਮ, ਜਿਹੜੀ ਚੈਨੇ ਦੀ ਟੀਮ ਸੀ ਉਸ ਵਕਤ, ਹਰਜੀਤ ਕਲੱਬ, ਇਹ ਬਹੁਤ ਤਕੜੀ ਸੀ। ਪਰ ਸਾਡੇ ਜਿਹੜੀ ਮੋਗਾ ਇੰਟਰਨੈਸ਼ਨਲ ਕਲੱਬ ਸੀ, ਮੈਂ ਵੀ ਆਪਣੀ ਟੀਮ ਉਹ ਮੰਨਦਾ ਉਸ ਵਕਤ ਦੀ, ਕਿਉਂਕਿ ਬਾਅਦ ਦੇ ਵਿੱਚ ਮੈਨੂੰ ਵੀ ਇਹਨਾਂ ਨੇ ਐਂਟਰ ਕਰ ਲਿਆ। ਵਿਜੇ ਭਿੰਡਰ ਸੀਗਾ ਤੇ ਆਪਣਾ ਜੱਸ ਗਗੜਾ, ਬੱਬੂ ਪੜਾਣਾ, ਭੁੱਟੋ ਪੜਾਣਾ, ਇਹ ਸਾਰੇ ਉਸ ਦੇ ਵਿੱਚ ਸੀਗੇ। ਮੈਂ ਉੱਥੇ ਬੈਠਦਾ ਉਹਨਾਂ ਦੇ ਕੋਲੇ ਆਸਤਾ ਮੈਂ ਇਹਨਾਂ ਨਾਲ ਦੋਸਤੀ ਕਰ ਲਈ। ਫਿਰ ਇਹਨਾਂ ਨੇ ਮੈਨੂੰ ਪ੍ਰੈਕਟਿਸ ਲਾਉਣ ਲਾ ਲਿਆ। ਪ੍ਰੈਕਟਿਸ ਲਾਉਂਦੇ ਅਸੀਂ 2 ਮਹੀਨੇ ਐਕਸਰਸਾਈਜ਼ਾਂ ਕੀਤੀਆਂ। ਤੀਜੇ ਮਹੀਨੇ 'ਚ ਗੇਮ ਸਟਾਰਟ ਹੋ ਗਈ। ਜਦੋਂ ਗੇਮ ਸਟਾਰਟ ਹੋਈ, ਮੋਗੇ ਭੋਨਾ ਚੌਂਕ ਦੇ ਵਿੱਚ ਸਾਨੂੰ ਇੱਕ ਗਰਾਊਂਡ ਮਿਲ ਗਿਆ ਕਿਸੇ ਦੇ ਖੇਤ ਦੇ ਵਿੱਚ। ਅਸੀਂ ਉਹ ਹਰ ਰੋਜ਼ ਸ਼ਾਮ ਨੂੰ ਗੇਮ ਲਾਉਂਦੇ। ਤੇ ਇੱਕ ਦਿਨ ਇੱਦਾਂ ਦਾ ਆਇਆ ਕਿ ਸ਼ਾਮ ਦੇ 5 ਵਜੇ ਸੀਗੇ ਜਦੋਂ ਅਸੀਂ ਗੇਮ ਲਾਈ ਜਾਂਦੇ, ਤੇ ਮੈਂ ਖੱਬੀ ਕੰਨੀ ਤੋਂ ਜਦੋਂ ਆਪਣਾ ਗੁਰਪ੍ਰੀਤ ਨੱਥੂਆਣੇ ਦਾ ਰੇਡਰ ਸੀ ਭਾਰਾ, ਤੇ ਉਹਦੇ ਮੈਂ ਜਦੋਂ ਜਾਫ ਲਾਉਣ ਲੱਗਾ, ਉਹਦੇ ਮੈਂ ਇਸ ਤਰ੍ਹਾਂ ਲੱਤਾਂ ਨੂੰ ਗਿਆ ਤੇ ਥੱਲੇ ਪੋਲਾ ਸੀ ਜਗ੍ਹਾ, ਉਹ ਪੈਰ ਖੁੱਬਣ ਦੇ ਨਾਲ ਮੇਰੀ ਲੱਤ ਦਾ ਨੁਕਸਾਨ ਹੋ ਗਿਆ ਤੇ ਮੈਨੂੰ ਫਿਰ ਮੰਜੇ ਤੇ ਬੈਠਣਾ ਪਿਆ। ਪਰ ਮੇਰਾ ਮਨ ਪੁੱਛਿਆ ਜਾਣਦਾ ਸੀ ਕਿ ਮੇਰੀ ਲੱਤ ਦਾ ਨੁਕਸਾਨ ਜ਼ਰੂਰ ਹੋ ਗਿਆ, ਪਰ ਮੈਂ ਹਜੇ ਪਿੱਛੇ ਨਹੀਂ ਹਟਦਾ, ਮੇਰੇ ਮਨ ਦਾ ਉਤਸ਼ਾਹ ਸੀ। ਫਿਰ 1 ਸਾਲ ਤੋਂ ਬਾਅਦ ਕੁਦਰਤੀ, ਜਿਵੇਂ ਕੋਈ ਕੁਦਰਤ ਢੋ ਮੇਲ ਕਰਾਉਂਦੀ ਹੁੰਦੀ ਹੈ, ਤੇ ਮੇਰੇ ਪਿੰਡ ਦੇ ਜਿਹੜੇ ਸੀਗੇ ਫੁੱਟਬਾਲਰ ਵਾਲੇ ਬੱਚੇ ਚੰਗੇ ਸੀ, ਜਿਵੇਂ ਨੀਟਾ ਕੈਨੇਡਾ ਚਲਿਆ ਗਿਆ, ਬਹੁਤ ਵਧੀਆ ਖਿਡਾਰੀ ਸੀ, ਫਿਜ਼ੀਕਲ ਤੇ ਬਹੁਤ ਫਿੱਟ ਸੀ। ਇਹਨਾਂ ਨੇ ਸਾਰਿਆਂ ਨੇ ਉਤਸ਼ਾਹ ਕੀਤਾ ਤੇ ਮੈਨੂੰ ਮਤਲਬ ਕਿਹਾ ਵੀ ਤੁਸੀਂ ਪਿੰਡ ਦੇ ਵਿੱਚ ਕੋਚਿੰਗ ਦਿਓ 1 ਸਾਲ, ਜਾਂ ਜਿੰਨਾ ਵੀ ਹੋ ਸਕਦਾ।
ਤੇ ਮੈਂ 6 ਮਹੀਨੇ ਵਿੱਚ ਦੀ ਉਹਨਾਂ ਨੂੰ ਕੋਚਿੰਗ ਦਿੱਤੀ ਤੇ ਬੁੱਟਰ ਟੂਰਨਾਮੈਂਟ ਆਇਆ ਪਹਿਲਾਂ। ਅਸੀਂ ਬੁੱਟਰ ਟੂਰਨਾਮੈਂਟ ਖੇਡਣ ਗਏ ਤੇ ਅਸੀਂ ਉੱਥੋਂ ਸਾਰੀਆਂ ਟੀਮਾਂ ਜਿੱਤ ਕੇ ਤੇ ਪਹਿਲਾ ਨੰਬਰ ਲਾਤਾ। ਫਿਰ ਉਸ ਤੋਂ ਬਾਅਦ ਦੌਰ ਜਿਹੜਾ ਚੱਲਦਾ ਹੈ ਮਤਲਬ ਨਾਨਕਿਆਂ ਦੇ ਪਿੰਡ, ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਖਿਡਾਰੀਆਂ ਦਾ, ਕਿ ਮੇਰੇ ਘਰੇ ਆਏ ਕੀਪਾ, ਪੀਤਾ, ਮਾਣਾ ਉਦੋਂ ਛੋਟਾ ਸੀਗਾ, ਬਰਿੰਦਰ, ਸ਼ਿੰਦਾ, ਤੇ ਮੈਂ ਘਰੇ ਨਹੀਂ ਮਿਲਿਆ। ਦੂਜੇ ਦਿਨ ਮੈਂ ਖੁਦ ਇਹਨਾਂ ਨੂੰ ਮਿਲਿਆ। ਫਿਰ ਅਸੀਂ ਭਾਈ ਵਾਲੇ ਗੁਰੂ ਘਰ ਦੇ ਵਿੱਚ ਉੱਥੇ ਸਾਨੂੰ ਗਰਾਊਂਡ ਮਿਲ ਗਿਆ, ਉੱਥੇ ਪ੍ਰੈਕਟਿਸ ਸਟਾਰਟ ਕੀਤੀ ਅਸੀਂ। ਜਾਣੀ ਕਿ ਬਈ ਤੁਸੀਂ 2004-5 ਦੇ ਵਿੱਚ ਦੌਦਰ ਪਿੰਡ ਦੀ ਰਾਣਾ ਕਲੱਬ ਟੀਮ ਆ ਜਿਹੜੀ ਲੰਬਾ ਸਮਾਂ ਬਹੁਤ ਹੈਵੀ ਟੀਮ ਬਣੀ ਰਹੀ ਆ, ਉਹਨਾਂ ਨੂੰ ਤੁਸੀਂ ਯਾਨੀ ਕਿ ਪਹਿਲਾ ਕੈਂਪ ਸ਼ੁਰੂ ਕਰਵਾਇਆ। ਹਾਂਜੀ, ਬਿਲਕੁਲ ਬਿਲਕੁਲ ਸੱਚ ਹੈ। ਔਰ ਰਾਣਾ ਕਲੱਬ ਬਣਾਉਣ ਦੇ ਵਿੱਚ ਮੇਰਾ ਮਨ ਜਿਹੜਾ ਸੀਗਾ, ਮੈਂ ਤਨੋਂ ਮਨੋਂ ਲਾ ਕੇ ਜ਼ੋਰ ਲਾਇਆ, ਜਾਣੀ ਕਿ ਉਹਦਾ ਠੀਕ ਹੈ। ਕਬੱਡੀ ਦੇ ਵਿੱਚ ਹੁਣ ਵੀ ਮੇਰਾ ਬਹੁਤ ਜ਼ਿਆਦਾ ਮਤਲਬ ਉਤਸ਼ਾਹ ਹੈਗਾ ਕਿ ਮੈਂ ਟ੍ਰੇਨਿੰਗ ਜਿਹੜੀ ਦੇਵਾਂ ਉਹ ਇਸ ਤਰ੍ਹਾਂ ਦੀ ਦੇਵਾਂ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਮੈਂ ਬੱਚਿਆਂ ਨੂੰ ਜੋ ਵੀ ਬੋਲਾਂ, ਜਿੰਨਾ ਵੀ ਮੈਥੋਂ ਹੋ ਸਕਦਾ ਹੈ ਮਾਨਸਿਕ ਤੇ ਸਰੀਰਕ ਤੇ, ਵੀ ਉਹਨਾਂ ਨੂੰ ਸਟਰੇਟ ਬਣਾਵਾਂ, ਚੰਗੀ ਚੀਜ਼ ਦੱਸਾਂ। ਤੇ ਉਦੋਂ ਮੇਰਾ ਜਿਹੜਾ ਜਨੂਨ ਸੀਗਾ ਉਹ ਬਹੁਤ ਜ਼ਿਆਦਾ ਸੀਗਾ। ਬਿਲਕੁਲ ਬਈ, ਤੁਸੀਂ ਬੜੀ ਹੈਵੀ ਟੀਮ ਬਣਾਈ। ਰਾਣਾ ਕਲੱਬ ਦੌਦਰ ਨੇ ਵੱਡੇ ਵੱਡੇ ਰਿਕਾਰਡ ਬਣਾਏ ਨੇ। ਇੱਕ ਸਮਾਂ ਅਜਿਹਾ ਵੀ ਆਇਆ ਰਾਣਾ ਕਲੱਬ ਦੌਦਰ ਦੀ ਟੀਮ ਤੋਂ ਹਰ ਇੱਕ ਟੀਮ ਡਰਦੀ ਸੀ, ਪਰ ਉਹਦੇ ਜਿਹੜਾ ਪਿੱਛੇ ਅਸਲ ਸੱਚ ਸੀ ਉਹ ਤੁਹਾਡੀ ਕੀਤੀ ਹੋਈ ਮਿਹਨਤ ਸੀ। ਦਰਅਸਲ ਕੀ ਹੈ ਵੀ ਮੈਂ ਪ੍ਰੈਕਟਿਸ ਕਰਵਾਈ ਹੈ, ਪਰ ਉਹਦੇ 'ਚ ਬਾਅਦ ਦੇ ਵਿੱਚ ਰਾਣੇ ਦਾ ਵੀ ਬਹੁਤ ਹੱਥ ਸੀਗਾ। ਫਿਰ ਉੱਥੋਂ ਦਾ ਜੋਰਾ ਸਿੰਘ ਹੈ, ਮੇਰਾ ਦੋਸਤ ਹੈ, ਉਹਨੇ ਬਹੁਤ ਸੰਘਰਸ਼ ਕੀਤਾ, ਘਰਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਆ। ਮੈਂ ਪ੍ਰੈਕਟਿਸ ਕਰਕੇ ਵਾਪਸ ਆ ਜਾਂਦਾ, ਜਾਂ ਮੈਂ ਪ੍ਰੈਕਟਿਸ ਕਰਾ ਕੇ ਆਪਦਾ ਜਿਹੜਾ ਮੇਰਾ ਬਣਦਾ ਹੱਕ ਸੀਗਾ ਮੈਨੂੰ ਮਿਲ ਜਾਂਦਾ। ਪਰ ਉਹ ਬੰਦੇ ਜਿਹੜੇ ਉਸ ਰਾਣਾ ਕਲੱਬ ਦੇ ਸੀਗੇ, ਜਿਹੜੇ ਬੰਦੇ, ਉਹ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਗਾਈਡ ਕਰਦੇ ਰਹੇ, ਉਹਨਾਂ ਦੀ ਗੌਰ ਕਰਦੇ ਰਹੇ। ਫਿਰ ਉਹਨਾਂ ਨੇ ਕੈਂਪ ਲਵਾਏ, 1 ਲਵਾਇਆ, 2 ਲਵਾਇਆ। ਉਹਨਾਂ ਦੇ ਮੋਬਾਈਲ ਫੜ ਲੈਣੇ ਕਿ ਤੁਸੀਂ ਮੋਬਾਈਲ ਦਿਓ, ਤੁਹਾਡੀ એનર્ਜੀ ਮੋਬਾਈਲ 'ਤੇ ਜਾਂਦੀ ਹੈ। ਫਿਰ ਹੌਲੀ ਹੌਲੀ ਹੋਰ ਡਿਸਪਲਨ ਦੇ ਵਿੱਚ ਢਾਲਿਆ ਤੇ ਮੈਂ ਆਪਣੇ ਵੱਲੋਂ ਹੋਰ ਪ੍ਰੈਕਟਿਸ ਤੇਜ਼ ਕਰਤੀ। ਜਦੋਂ ਡਿਸਪਲਨ ਦੇ ਵਿੱਚ ਪਲੇਅਰ ਅਸੀਂ ਢਾਲ ਲਏ ਤੇ ਕੁਝ ਮੈਨੂੰ ਜਿਹੜੀਆਂ ਗੱਲਾਂ ਪਤਾ ਸੀ ਮੈਂ ਉਹਨਾਂ ਕਲੱਬ ਦੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਉਸ ਗੱਲਾਂ ਨੂੰ ਮੰਨ ਕੇ ਕਲੱਬ ਨੇ ਸਾਰੇ ਬੱਚਿਆਂ 'ਤੇ ਕੰਟਰੋਲ ਕੀਤਾ ਤੇ ਅਸੀਂ ਉਹਨਾਂ ਨੂੰ ਚੰਗਿਆਂ ਫਰਮਿਆਂ ਦੇ ਵਿੱਚ ਪਾ ਕੇ ਆਸਤਾ ਆਸਤਾ 1 ਸਾਲ 2 ਸਾਲ ਦੀ ਪ੍ਰੈਕਟਿਸ ਦੇ ਨਾਲ, ਉਧਰੋਂ ਰਾਣਾ ਸਿੰਘ ਨੇ ਆਪਣੀ ਕਿਰਤ ਕਮਾਈ 'ਚੋਂ ਬਹੁਤ ਪੈਸਾ ਉਹਨਾਂ ਦੇ ਵਿੱਚ ਖਰਚਿਆ, ਬਹੁਤ ਉਤਸ਼ਾਹ ਕੀਤਾ ਤੇ ਫਿਰ ਅਸੀਂ ਉਹ ਕਲੱਬ ਨੂੰ ਕਾਫੀ ਮਤਲਬ ਉਸ ਪਲੇਅਰਾਂ ਨੂੰ ਕਾਫੀ ਉੱਚਾ ਲੈ ਜਾਣ ਦੇ ਵਿੱਚ ਹੋ ਗਏ। ਜੇ ਆਪਾਂ ਕਹਿ ਲਈਏ ਬਈ ਉਸ ਟੀਮ ਨੂੰ ਚਲਾਉਣ ਦੇ ਲਈ ਜਿਹੜਾ ਮੇਨ ਸਹਿਯੋਗ ਬਾਈ ਰਾਣੇ ਕੈਲਗਰੀ ਤੇ ਬਾਈ ਜੋਰੇ ਸਿੱਧੂ ਦਾ। ਜੀ ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ। ਵੀ ਉਹਨਾਂ ਨੇ ਤੁਹਾਡਾ ਪੂਰਾ ਸਹਿਯੋਗ ਦਿੱਤਾ ਟੀਮ ਨੂੰ ਖੜੀ ਕਰਨ ਦੇ ਵਿੱਚ। ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ। ਤੇ ਬਾਈ ਜਿਹੜੇ ਪਲੇਅਰ ਨੇ ਉਹ ਵੀ ਤੁਸੀਂ ਹੈ ਨਾ ਪੂਰੇ ਸੁਪਰਸਟਾਰ ਬਣਾਏ ਨੇ ਰਾਣਾ ਕਲੱਬ ਦੌਦਰ ਦੇ। ਮੈਂ ਚਾਹੁੰਦਾ ਤੁਸੀਂ ਆਪ ਪਲੇਅਰਾਂ ਦੇ ਨਾਮ ਜ਼ਰੂਰ ਸਾਂਝੇ ਕਰੋ। ਬਰਿੰਦਰ ਸਿੰਘ ਤਕੜਾ ਪਲੇਅਰ ਸੀ, ਪੀਤਾ ਤਕੜਾ ਸੀਗਾ ਬਹੁਤ, ਕੀਪਾ ਵੀ ਤਕੜਾ ਸੀ। ਇਹ ਤਿੰਨੇ ਸਟਾਰ ਸੀ ਜਾਫ ਲੈਣ ਦੇ ਵਿੱਚ। ਤੇ ਬਿੱਟੂ ਸੀ ਜਿਹੜਾ ਰੇਡਰ, ਉਹਦੀ ਤਾਂ ਕੁਛ ਨਸਲ ਹੀ ਵੱਖਰੀ ਸੀ। ਬਿਲਕੁਲ ਬਈ, ਪੱਬਾਂ ਦਾ ਬੜਾ ਸੋਹਣਾ ਸੀ, ਤੇਜ਼ ਬਹੁਤ ਸੀ। ਕਦੇ ਕਦੇ ਮੈਨੂੰ ਇੱਥੇ ਹੱਕ ਬਣਦਾ ਪੇਰੈਂਟਸ ਦੀ ਜੁਗਤ ਦੱਸਣ ਦਾ ਕਿ ਪੇਰੈਂਟਸ ਦੀ ਜੁਗਤ ਹੋਣੀ ਬਹੁਤ ਜ਼ਰੂਰੀ ਹੈ। ਉਸ ਬੱਚੇ ਨੂੰ ਮੈਂ ਸਿੱਧਵਾਂ ਦੋਨਾਂ ਵਾਲੇ ਜੱਸੇ ਤੋਂ 21 ਰੱਖ ਕੇ ਚੱਲਦਾ ਸੀ। ਮੇਰੀ ਪ੍ਰੈਕਟਿਸ ਦਾ, ਮੇਰੀ ਸੋਚ, ਮੇਰੀ ਸਮਝ ਮੁਤਾਬਕ ਮੈਂ ਜਿੱਥੋਂ ਤੱਕ ਨਸਲ ਪਰਖਣ ਦੇ ਵਿੱਚ 17-16 ਸਾਲਾਂ ਦੇ ਵਿੱਚ ਮੈਂ ਨਸਲ ਦੀ ਉਹ ਲਈ ਹੈ। ਤੇ ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਉਹਦੇ ਨਾਲੋਂ ਮੈਂ 21 ਰੱਖਦਾ ਸੀਗਾ। ਉਹਦੀ ਸਪ੍ਰਿੰਟ ਮੈਂ ਦੇਖੀ, ਉਹਦਾ ਜਿਹੜਾ ਸਰੀਰ ਦੀ ਬਣਤਰ ਸੀ, ਉਹਦੇ 'ਚ ਅੰਦਰ એનર્ਜੀ ਸੀ, ਉਹ ਅੱਜ ਤੱਕ ਮੈਂ ਪਲੇਅਰ 'ਚ, ਮੈਂ ਬਹੁਤ ਸਾਰੇ ਪਲੇਅਰਾਂ ਨੂੰ ਪ੍ਰੈਕਟਿਸ ਕਰਾਉਣਾ, ਪਰ ਉਨੀ ਜਿਹੜੀ ਬਰੀਕੀ ਦੇ ਵਿੱਚ ਮੈਂ ਉਹ ਚੀਜ਼ ਦੇਖੀ ਮੈਂ ਨਹੀਂ ਦੇਖੀ। ਇੰਨਾ ਤਕੜਾ ਪਹਿਲਵਾਨ ਸੀ ਉਹ। ਬਿਲਕੁਲ ਬਈ, ਨਾਲ 2 ਜਾਫੀ ਮਾਣਾ ਤੇ ਕੀਪਾ ਵੀ ਸੀ। ਹਾਂਜੀ ਹਾਂਜੀ, ਬਹੁਤ ਤਕੜੇ ਸੀ। ਤੇ ਰੇਡਰ ਫੋੜ ਹੋ ਗਿਆ ਜੀ, ਤੇ ਫੋੜ ਵੀ ਉਸ ਦਿਨਾਂ ਦੇ ਵਿੱਚ ਚੰਗਾ ਸੀਗਾ। ਜਾਂ ਵਰਿੰਦਰ ਦਾ ਵੱਡਾ ਵੀਰ ਸਿੰਦਾ ਜੀ। ਸਿੰਦਾ ਸੀਗਾ। ਤੇ ਇਸ ਤੋਂ ਬਾਅਦ ਬਾਈ ਫਿਰ ਹੋਰ ਵੀ ਤੁਸੀਂ ਅਨੇਕਾਂ ਪਿੰਡਾਂ ਦੇ ਵਿੱਚ ਨਾ ਕੈਂਪ ਲਾਏ ਨੇ। ਪੂਰੇ ਮਾਲਵੇ ਦੇ ਵਿੱਚ ਤੁਹਾਡੇ ਤਿਆਰ ਕੀਤੇ ਅੱਜ ਪਲੇਅਰ ਖੇਡਦੇ ਨੇ। ਫਿਰ ਦੌਦਰ ਤੋਂ ਬਾਅਦ ਕਿਹੜੇ ਪਿੰਡ ਨੇ ਤੁਹਾਡੀ ਚੋਣ ਕੀਤੀ ਵੀ ਸਾਡੇ ਪਿੰਡ ਕੈਂਪ ਲਾਇਆ ਜਾਵੇ? ਦੌਦਰ ਤੋਂ ਬਾਅਦ ਫਿਰ ਮੇਰੀ ਡਿਮਾਂਡ ਆਈ, ਜਿਵੇਂ ਚੜੈਕ ਵਾਲੇ ਮੇਜਰ ਨੇ ਦੱਸਿਆ, ਧੱਲੇ ਕੇ ਆਂਦਾ ਇੱਕ ਜੌਲ ਸਾਹਿਬ ਸੀ, ਹਰਦੇਵ ਸਿੰਘ ਜੌਲ, ਯੂਕੇ ਦੇ ਵਿੱਚ ਸੀਗਾ। ਇਸ ਵਕਤ ਉਹਦੀ ਮੌਤ ਹੋ ਗਈ, ਪਿਛਲੇ ਸਾਲ ਨਹੀਂ ਰਿਹਾ ਵਿਚਾਰਾ। ਬਹੁਤ ਨੇਕ ਬੰਦਾ ਸੀ, ਬਹੁਤ ਬੀਬਾ ਬੰਦਾ ਸੀਗਾ, ਬਹੁਤ ਭਲਾ ਮਾਨਸ, ਬਹੁਤ ਪੈਸਾ ਲਾਉਣ ਵਾਲਾ ਕਬੱਡੀ ਦੇ ਵਿੱਚ।
ਉਹਨੇ ਕਦੇ ਕਦੇ ਮੈਨੂੰ ਉਹ ਬੋਲ ਰੜਕਦੇ ਆ ਕਿ ਮੈਨੂੰ ਕਹਿੰਦਾ ਸੀ ਭਗਵਾਨ ਸਿੰਘ ਕੋ ਸਾਹਿਬ, ਜੇ ਤੁਸੀਂ ਆਖੋ ਤੇ ਮੈਂ ਜਿਹੜੀ ਲੀਕ ਹੁੰਦੀ ਹੈ ਕਬੱਡੀ ਦੀ, ਉਹਦੇ 'ਚ ਪਲੇਅਰ ਆਪਾਂ ਖਰੀਦ ਕੇ ਤੇ ਖੜਾਵਾਂਗੇ, ਤੇ ਜਿੰਨਾ ਪੈਸਾ ਤੁਸੀਂ ਕਹਿ ਦਿਓ 50 ਲੱਖ 1 ਕਰੋੜ ਤੱਕ ਉਹਨੇ ਕਹਿਤਾ ਸੀ ਵੀ ਆਪਾਂ ਲਾਉਣ ਨੂੰ ਤਿਆਰ ਆ। ਐਡੀ ਮਾਨਸਿਕਤਾ ਉਹਦੀ ਕਬੱਡੀ ਦੇ ਵਿੱਚ ਵਧੀਆ ਬਣੀ ਹੋਈ ਸੀ। ਫਿਰ ਉਹਨੇ ਅਕੈਡਮੀ ਬਣਾਉਣ ਦੀ ਮਤਲਬ ਸੀਗੀ ਇਸ ਤਰ੍ਹਾਂ ਲਿਆ, ਤੇ ਅਕੈਡਮੀ ਉਹਨੇ ਬਣਾਈ। ਮੇਜਰ ਸਿੰਘ ਨੇ ਸਿਫਾਰਿਸ਼ ਕੀਤੀ ਵੀ ਜੇ ਕੋਚ ਲੈਣਾ ਤਾਂ ਤੁਸੀਂ ਬਾਈ ਨੂੰ ਬੁਲਾਓ। ਉਹਨਾਂ ਨੇ ਮੈਨੂੰ ਬੁਲਾਇਆ ਕੋਚਿੰਗ ਵਾਸਤੇ, ਕੋਈ ਸਵਾਲ ਪੁੱਛੇ, ਮੈਂ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ, ਤੇ ਫਿਰ ਉਹਨਾਂ ਨੇ ਓਕੇ ਕਰਤਾ ਕਿ ਠੀਕ ਆ, ਤੁਸੀਂ ਕੱਲ੍ਹ ਤੋਂ ਅਸੀਂ ਟ੍ਰਾਇਲ ਰੱਖੇ ਆ, ਟ੍ਰਾਇਲਾਂ ਦੇ ਵਿੱਚ ਪਾਸ ਕਰੋ ਬੱਚੇ, ਤੇ ਫਿਰ ਤੁਸੀਂ ਅਕੈਡਮੀ ਬਣਾ ਕੇ ਚਲਾਓ। ਧੱਲੇ ਕੇ ਪਿੰਡ ਦੀ ਬਾਈ ਜੀ ਟੀਮ ਬਣੀ ਸੀ? ਹਾਂਜੀ, ਧੱਲੇਕਿਆਂ ਦੇ ਨਾਂ 'ਤੇ ਟੀਮ ਬਣੀ ਸੀਗੀ। ਤੀਜੇ ਦਿਨ ਫਿਰ ਉਹਨਾਂ ਨੇ ਜਿੱਦਣ ਮੈਨੂੰ ਬੁਲਾਇਆ ਸੀਗਾ, ਉਸ ਤੋਂ ਤੀਜੇ ਦਿਨ ਉਹ ਟ੍ਰਾਇਲ ਰੱਖੇ ਸੀ। ਉਹਨਾਂ ਨੇ ਪਹਿਲਾਂ ਰੱਖ ਚੁੱਕੇ ਸੀਗੇ ਮੈਨੂੰ ਬੁਲਾਉਣ ਤੋਂ, ਪਰ ਮੈਂ ਉਹਨਾਂ ਦੇ ਟ੍ਰਾਇਲਾਂ ਨਾਲ ਸਹਿਮਤ ਨਹੀਂ ਸੀ। ਮੈਂ ਉਹਨਾਂ ਨੂੰ ਸਾਰੀ ਕਮੇਟੀ ਨੂੰ ਕਹਿਤਾ ਸੀ ਕਿ ਜੇਕਰ ਟ੍ਰਾਇਲਾਂ 'ਚੋਂ ਰੱਖਣੇ ਆ ਤਾਂ ਮੇਰੀ ਜ਼ਿੰਮੇਵਾਰੀ ਨਹੀਂ ਗੀ, ਪਰ ਜਿਨ੍ਹਾਂ ਨੂੰ ਮੈਂ ਚੋਣ ਕਰੂੰਗਾ ਪ੍ਰੈਕਟਿਸ ਕਰਵਾ ਕੇ, ਮੈਂ ਜ਼ਿੰਮੇਵਾਰੀ 'ਤੇ ਅਕੈਡਮੀ ਖੜਾਊਂਗਾ। ਉਹ ਮੇਰੀ ਗੱਲ ਮੰਨ ਗਏ ਸੀ, ਕਹਿੰਦੇ ਬਾਈ ਅਸੀਂ ਟ੍ਰਾਇਲ ਤਾਂ ਰੱਖੇ ਆ, ਪਰ ਤੁਸੀਂ ਕੋਸ਼ਿਸ਼ ਕਰੋ ਦੇਖਣ ਦੀ। ਉਹ ਟ੍ਰਾਇਲਾਂ ਦੇ ਵਿੱਚੋਂ ਫਿਰ ਅਸੀਂ ਬੰਬ ਰੌਲੀ ਵਾਲੇ ਨੂੰ ਸਿਲੈਕਟ ਕੀਤਾ। ਬਾਕੀ ਪਲੇਅਰ ਸਾਰੇ ਮੇਰੇ ਜਿਹੜੇ ਪਹਿਲਾਂ ਲਿਸਟ 'ਤੇ ਸੀਗੇ ਉਹ ਮੈਂ ਆਪਣੇ ਓਕੇ ਕਰਾ ਲਏ। 2 ਦੌਧਰ ਵਾਲੇ ਸੀ, ਕੀਪਾ ਤੇ ਬਰਿੰਦਰ। ਉਸ ਤੋਂ ਬਾਅਦ ਮਰੀਕ ਰਾਊਕੇ ਵਾਲਾ, ਪਾਲ ਮਾਲੇ ਵਾਲਾ ਬਾਅਦ 'ਚ ਆਇਆ, ਚਰਨਾ ਕਾਲਾ, ਇਹ ਸਾਰੇ ਪਲੇਅਰ ਅਸੀਂ ਅਕੈਡਮੀ ਦੇ ਰੂਪ 'ਚ ਲੈ ਲਏ ਸੀ। ਪ੍ਰੈਕਟਿਸ ਸਟਾਰਟ ਹੋ ਗਈ ਸੀ ਸਾਡੀ ਇਸ ਤਰ੍ਹਾਂ। ਜਦੋਂ ਬਾਈ ਜੀ ਤੁਸੀਂ ਨਾ ਧੱਲੇਕੇ ਦੀ ਟੀਮ ਖੜੀ ਕੀਤੀ ਹੈ, ਇਹ ਸਨ ਕਿਹੜਾ ਸੀ ਤੇ ਕਿਹੜੀ ਫੈਡਰੇਸ਼ਨ ਦੇ ਵਿੱਚ ਟੀਮ ਖੇਡੀ? ਇਹ ਫੈਡਰੇਸ਼ਨ ਖੇਡੀ ਸੀ ਉਦੋਂ ਸੁਰਜਨ ਸਿੰਘ ਚੱਠੇ ਦੇ ਫੈਡਰੇਸ਼ਨ ਦੇ ਵਿੱਚ ਖੇਡੇ ਸੀਗੇ, ਤੇ ਸੁਰਜਨ ਸਿੰਘ ਚੱਠਾ ਉਹ ਹਰਦੇਵ ਜੌਲ ਦਾ ਦੋਸਤ ਵੀ ਸੀਗਾ, ਤਾਂ ਕਰਕੇ ਉਹਨਾਂ ਨੇ ਉਸ ਫੈਡਰੇਸ਼ਨ ਦੇ ਵਿੱਚ ਟੀਮ ਉਤਾਰੀ, ਤੇ ਮੇਰੇ ਨਾਲ ਵਾਅਦਾ ਵੀ ਕੀਤਾ ਕਿ ਆਪਣੀ ਟੀਮ ਨੂੰ ਬਹੁਤ ਸਾਰੇ ਮੈਚ ਮਿਲਣਗੇ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ ਸੀ, ਮੈਂ ਕਿਹਾ ਜੀ, ਕਿਉਂਕਿ ਮੈਂ ਭੇਤੀ ਸੀਗਾ ਫੈਡਰੇਸ਼ਨਾਂ ਦਾ, ਮੈਂ ਇਸ ਚੀਜ਼ ਦੇ ਵਿੱਚ ਬਹੁਤ ਕੁਝ ਖੋਜ ਲਿਆ ਸੀ ਅੰਦਰ ਖਾਤੇ। ਮੈਂ ਦੱਸਿਆ ਸੀ ਹਰਦੇਵ ਸਿੰਘ ਜੌਲ ਨੂੰ ਕਿ ਬਾਈ ਜੀ ਆਪਣੀ ਟੀਮ ਨੂੰ ਮੈਚ ਨਹੀਂ ਮਿਲਣੇ, ਕਿਉਂਕਿ ਨਵੀਂ ਟੀਮ ਨੂੰ ਫੈਡਰੇਸ਼ਨ ਦੇ ਵਿੱਚ ਜਦੋਂ ਐਂਟਰੀ ਮਾਰਦੀ ਹੈ ਉਹਨੂੰ ਮੈਚ ਨਹੀਂ ਮਿਲਦੇ, ਤੇ ਜਦੋਂ ਟੀਮ ਨੂੰ ਮੈਚ ਨਾ ਮਿਲੇ ਉਹਦਾ ਸੰਘਰਸ਼ ਕੀਤਾ ਵੀ ਜਾਇਆ ਜਾਂਦਾ। ਫਿਰ ਅਸੀਂ ਜਾਣੀ ਕਿ ਉਹੀ ਗੱਲ, ਜਦੋਂ ਸੀਜ਼ਨ ਆ ਗਿਆ ਸਾਨੂੰ ਮੈਚ ਮਿਲੇ ਤੇ ਅਸੀਂ ਟੀਮ ਉਤਾਰੀ। ਅਸੀਂ ਚੌਥੇ ਮੈਚ ਜਾ ਕੇ ਧਨੌਲੇ ਕੱਪ ਦੇ ਉੱਤੇ ਸੈਕੰਡ ਰਹਿ ਗਈ ਸਾਡੀ ਟੀਮ। ਜੇ ਆਪਾਂ ਕਹੀਏ ਬਾਈ ਤੁਹਾਡੀ ਕੀਤੀ ਹੋਈ ਮਿਹਨਤ ਦਾ ਫਲ ਤੁਹਾਨੂੰ ਮਿਲ ਗਿਆ ਸੀ? ਦਰਅਸਲ ਮੈਂ ਇਹ ਚੀਜ਼ ਨੂੰ ਤਾਂ ਮੈਂ ਪਹਿਲਾਂ ਹੀ ਮੁੱਖ ਰੱਖ ਲਿਆ ਸੀ ਕਿ ਮੇਰੀ ਜਿਹੜੀ ਮਿਹਨਤ ਹੈ, ਮੇਰਾ ਸਟਰਗਲ ਹੈ, ਸੰਘਰਸ਼ ਹੈ ਜਿਹੜਾ, ਇਹ ਬਹੁਤ ਹੈਵੀ ਦੇ ਵਿੱਚ ਹੈ। ਮੈਂ ਰਾਤਾਂ ਨੂੰ ਵੀ ਉੱਥੇ ਪ੍ਰੈਕਟਿਸ ਕਰਵਾਉਂਦਾ, ਤੇ ਰਾਤ ਨੂੰ 9 ਵਜੇ ਮੈਂ ਉਹਨਾਂ ਨੂੰ ਗਰਾਊਂਡ ਤੋਂ ਛੱਡਦਾ, ਤੇ ਫਿਰ ਉਹਨਾਂ ਨੂੰ ਸਾਰਾ ਸਮਝਾ ਕੇ ਆਉਂਦਾ ਵੀ ਰਾਤ ਨੂੰ 1 ਵਜੇ ਵੀ ਪ੍ਰੈਕਟਿਸ ਹੋਣੀ ਹੈ। ਇਸ ਤਰ੍ਹਾਂ ਫਿਰ ਵੀ ਕਾਰਨ ਕੀ ਹੋ ਗਿਆ, ਟੀਮ ਲੰਬਾ ਸਮਾਂ ਚੱਲ ਨਹੀਂ ਸਕੀ ਧੱਲੇਕੇ ਦੀ? ਹਾਂ ਰਾਈਟ, ਇੱਥੇ ਹੈ। ਉੱਥੇ ਕਾਰਨ ਹੋ ਗਿਆ ਕਿ ਮੈਨੂੰ ਆਪਦੀ ਸੇਫਟੀ ਬਹੁਤ ਜ਼ਰੂਰੀ ਸੀ। ਜੇਕਰ ਮੈਂ ਅਕੈਡਮੀ ਦੇ ਵਿੱਚ ਐਂਟਰੀ ਰੱਖਦਾ ਤੇ ਮੇਰਾ ਇੰਨਾ ਫਿਜ਼ੀਕਲ ਤੇ ਫਿੱਟ ਰਹਿਣਾ ਹੁਣ ਤੱਕ, ਤੇ ਇੰਨੇ ਪਲੇਅਰਾਂ ਨੂੰ ਪ੍ਰੈਕਟਿਸ ਦੇਣੀ, ਇਹ ਨਹੀਂ ਸੀ ਹੋ ਸਕਦਾ। ਮੈਂ ਆ ਕੇ ਲੈਸਨ ਆਪਦਾ ਬਿਲਕੁਲ ਆਪਦੇ ਆਪ ਨੂੰ ਪੜ੍ਹਦਾ ਸੀਗਾ। ਪ੍ਰੈਕਟਿਸ ਤੋਂ ਬਾਅਦ 9 ਵੱਜ ਜਾਂਦੇ, 10 ਵੱਜ ਜਾਂਦੇ, ਮੈਂ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ, 150 ਦਾ ਕਰਦਾ, 200 ਦਾ ਕਰਦਾ, ਪਰ ਮੈਂ ਲਾਜ਼ਮੀ ਆ ਕੇ 10 ਵਜੇ ਆਪਣੇ ਆਪ ਨੂੰ ਪੁੱਛਦਾ ਕਿ ਕੀ ਇਹ ਠੀਕ ਹੈ, ਕੀ ਮੈਂ ਸਹੀ ਕਰ ਰਿਹਾ, ਮੇਰੀ ਦਿਸ਼ਾ ਸਹੀ ਜਾ ਰਹੀ ਹੈ। ਅਗਰ ਮੇਰਾ ਜਵਾਬ ਸਹੀ ਮਿਲਦਾ ਤਾਂ ਮੈਂ ਫਿਰ ਸੋਚਦਾ ਕਿ ਠੀਕ ਹੈ, ਨਹੀਂ ਮੇਰੇ ਮਨ 'ਚ ਗੜਬੜ ਆਉਂਦੀ ਤੇ ਮੈਂ ਕੋਸ਼ਿਸ਼ ਕਰਦਾ ਕਿ ਮੈਂ ਇਹਨੂੰ ਇਹ ਛੱਡਣਾ ਹੈ, ਇੱਥੇ ਮੈਨੂੰ ਇਹਦੀ ਲੋੜ ਨਹੀਂ ਗੀ, ਮੈਨੂੰ ਇਸ ਤੋਂ ਅੱਗੇ ਵਧਣਾ ਚਾਹੀਦਾ। ਤੇ ਉਹਦੇ ਜਵਾਬ 'ਚ ਆਉਂਦਾ ਕਿ ਅਕੈਡਮੀਆਂ 'ਚ ਗਿਆ, ਅਕੈਡਮੀਆਂ ਦੀ ਜਿਹੜੀ ਅਲੱਗ ਕਾਰਾਗਰੀ ਹੈ, ਅਕੈਡਮੀਆਂ ਦੇ ਕੋਚਾਂ ਦੀ ਅਲੱਗ ਕਾਰਾਗਰੀ ਹੈ। ਓਪਨ ਪ੍ਰੈਕਟਿਸ ਹਰ ਰੋਜ਼ 1 ਕੈਂਪ, 2 ਕੈਂਪ, 3 ਕੈਂਪ, ਤੇ ਬੱਚਿਆਂ ਦੇ ਨਾਲ ਪ੍ਰੈਕਟਿਸ ਲਾਉਣੀ ਤੇ ਆਪਣੇ ਆਪ ਨੂੰ ਫਿੱਟ ਰੱਖਣਾ, ਇਹ ਅਲੱਗ ਕਾਰਾਗਰੀ ਹੈ। ਜਦੋਂ ਬਾਈ ਜੀ ਤੁਸੀਂ ਧੱਲੇਕੇ ਪਿੰਡ ਕੈਂਪ ਲਾਇਆ, ਉਹਨਾਂ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਰਿਹਾਇਸ਼ ਆ ਉਹ ਵੀ ਜਗਰਾਓਂ ਤਬਦੀਲ ਹੋ ਚੁੱਕੀ ਸੀ। ਫਿਰ ਤੁਸੀਂ ਲੰਬਾ ਸਮਾਂ ਮਲਕ ਪਿੰਡ ਕੈਂਪ ਲਾਇਆ, ਜਿਸ ਪਿੰਡ ਦੇ ਵਿੱਚ ਤੁਸੀਂ ਇਲਾਕੇ ਜਗਰਾਓਂ ਦੇ ਅਨੇਕਾਂ ਜਿਹੜੇ ਖਿਡਾਰੀ ਤਿਆਰ ਕੀਤੇ ਨੇ ਤੇ ਸੁਪਰਸਟਾਰ ਵੀ ਬਣਾਏ ਨੇ। ਇਹਦਾ ਕਾਰਨ ਹੈ ਕਿ ਮੈਨੂੰ ਪ੍ਰੈਕਟਿਸ ਲਾਉਂਦੇ ਨੂੰ ਮੇਰੇ 'ਚ ਇੱਕ ਗੱਲ ਸੀਗੀ ਕਿ ਮੈਂ ਪ੍ਰੈਕਟਿਸ ਹਰ ਰੋਜ਼, ਮੇਰਾ ਨਿਤਨੇਮੀ ਸੀਗਾ।
ਜਿਵੇਂ ਮੈਂ ਕਦੇ-ਕਦੇ ਮਾਨਸਿਕਤਾ ਦੇ ਵਿਸ਼ੇ ਨੂੰ ਖੋਲ੍ਹਦਾ ਕਿ ਉਸ ਮਾਨਸਿਕਤਾ ਨੇ, ਉਸ ਸਮਝ ਨੇ ਬਹੁਤ ਤਰੱਕੀ ਕਰਨੀ ਹੈ ਜਿਹੜੀ ਸਮਝ ਦ੍ਰਿੜਤਾ ਵਾਲੀ ਹੈ। ਤੇ ਦ੍ਰਿੜਤਾ ਵਾਲੀ ਸਮਝ ਨੂੰ ਕਿਹੜੀ ਖੁਰਾਕ ਚਾਹੀਦੀ ਹੈ, ਇਹ ਸ਼ੁਰੂ ਤੋਂ ਗੱਲ ਹੈ। ਜਿਵੇਂ ਬੱਚਿਆਂ ਨੂੰ ਮੈਂ ਕਹਿੰਦਾ ਹੁੰਦਾ, ਮੈਨੂੰ ਤੁਹਾਡੀ ਸਮਝ ਚਾਹੀਦੀ ਹੈ ਦ੍ਰਿੜਤਾ ਵਾਲੀ। ਇਹ ਤੁਹਾਡੇ ਸੰਸਕਾਰਾਂ 'ਚ ਮਿਲੀ, ਤੁਹਾਡੇ ਪਿਤਾ ਪੁਰਖੀ ਜੀਨਸ ਦੇ ਵਿੱਚ, ਮਾਤਾ ਪੁਰਖੀ ਜੀਨਸ ਦੇ ਵਿੱਚ ਮਿਲੀ ਹੋਈ ਚੀਜ਼ ਆ ਇਹ, ਜਿਹਦੀ ਦ੍ਰਿੜ। ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੋ ਸਕਦੇ, ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੋ ਸਕਦੇ, ਉਹਨਾਂ ਦਾ ਜੀਨਸ ਇੱਕੋ ਜਿਹਾ ਨਹੀਂ ਗਾ। ਇਹ ਨਸਲਾਂ ਹੈ ਇਨਸਾਨਾਂ ਦੀਆਂ, ਕਈ ਪਿਤਾ ਪੁਰਖੀ ਮਾਤਾ ਪੁਰਖੀ ਜੀਨਸ ਬਹੁਤ ਵਧੀਆ, ਉਹਦੇ ਸੰਸਕਾਰ ਬਹੁਤ ਵਧੀਆ, ਅਤੇ ਉਹ ਫਿਰ ਜਦੋਂ ਨਸਲ ਮੇਰੇ ਕੋਲ ਆਉਂਦੀ ਹੈ ਮੈਂ ਫਟ ਸਮਝ ਜਾਂਦਾ ਕਿ ਇਹਦੀ ਬੋਲੀ ਸ਼ੁੱਧਤਾ ਵਾਲੀ ਹੈ, ਇਹਦਾ ਫਿਜ਼ੀਕਲ ਤੇ ਫਿੱਟ ਹੋਣਾ ਐਟੋਮੈਟਿਕਲੀ ਹੈ, ਇਹਦੇ ਸੰਸਕਾਰ ਚੰਗੇ ਹੈ, ਇਹਦੀ ਸਮਝ ਓਕੇ ਹੈ। ਅਗਰ ਮੈਂ ਇਸ ਨੂੰ ਇਸ ਟਰੈਕ ਤੇ ਟਿਕਾਈ ਰੱਖਿਆ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਇਹ ਟੌਪਰ ਪਲੇਅਰ ਨਾ ਬਣੇ, ਇਹ ਟੌਪਰ ਪਲੇਅਰ ਬਣੂਗਾ। ਤਾਂ ਉਹਦੇ ਵਿੱਚ ਫਿਰ ਜਦੋਂ ਮੈਂ ਜਗਰਾਮੀ ਆ ਕੇ ਰਿਹਾਇਸ਼ ਰੱਖੀ ਤੇ ਮੈਂ ਪ੍ਰੈਕਟਿਸ ਮੋਗੇ ਵਾਲੀ ਸਾਈਡ ਤੇ ਕਰਵਾਉਂਦਾ, ਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਮੈਂ ਆਪ ਫਿਜ਼ੀਕਲ ਫਿੱਟ ਰਹਿਣ ਦੇ ਉੱਤੇ ਵੀ ਪ੍ਰੈਕਟਿਸ ਲਾਉਂਦਾ। ਸਰਕਾਰੀ ਸਕੂਲ ਦੇ ਵਿੱਚ ਬਹੁਤ ਸਾਰੀ ਪ੍ਰੈਕਟਿਸ ਲਾਉਂਦਾ, 50 ਸਪ੍ਰਿੰਟਾਂ ਲਾਉਂਦਾ, 2-2 ਘੰਟੇ ਰਨਿੰਗ ਲਾਉਂਦਾ। ਤੇ ਮਲਕ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਦੌਧਰ ਵਾਲਿਆਂ ਦਾ ਕੋਚ ਹੈ ਇਹ ਜਗਰਾਮੀ ਆ ਕੇ ਰਹਿਣ ਲੱਗਾ ਤੇ ਸਰਕਾਰੀ ਸਕੂਲ ਦੇ ਵਿੱਚ ਆਪ ਪ੍ਰੈਕਟਿਸ ਲਾਉਂਦਾ। ਕਿਸੇ ਬੱਚੇ ਨੇ ਜਾ ਕੇ ਹਿੰਦੇ ਦੇ ਦਾਦੇ ਨੂੰ ਦੱਸਤਾ, ਹਿੰਦੇ ਦੇ ਦਾਦਾ ਜੀ ਨੂੰ ਦੱਸਤਾ ਜਾ ਕੇ ਕਿ ਕੋਚ ਇਸ ਟਾਈਮ ਗਰਾਊਂਡ ਦੇ ਵਿੱਚ ਹੁੰਦਾ, ਤੇ ਹਿੰਦੇ ਦੇ ਦਾਦਾ ਜੀ ਨੇ ਸਾਈਕਲ ਚੱਕਿਆ ਤੇ ਮੇਰੇ ਕੋਲ ਆ ਗਏ, ਫਤਿਹ ਬੁਲਾ ਕੇ, ਸਤਿ ਸ੍ਰੀ ਅਕਾਲ ਬੁਲਾ ਕੇ, ਕਹਿੰਦੇ ਕੋਚ ਸਾਹਿਬ ਬਹਿ ਜਾਓ। ਮੈਂ ਬੈਠ ਗਿਆ। ਕਹਿੰਦੇ ਜੀ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਮਤਲਬ ਦਵਾਈ ਹੈ ਆਪਣੇ ਕਾਲਾ ਗਲਬ ਵਾਲਾ, ਵੀ ਇਹਨਾਂ ਨੇ 1 ਸਾਲ ਪ੍ਰੈਕਟਿਸ ਦਿੱਤੀ ਹੈ, ਵੀ ਵਧੀਆ ਪ੍ਰੈਕਟਿਸ ਦਿੱਤੀ ਹੈ, ਪਰ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਬੱਚਿਆਂ ਨੂੰ ਪ੍ਰੈਕਟਿਸ ਲਵਾਓ। ਤੇ ਮੈਨੂੰ ਉਸ ਟਾਈਮ ਦੇ ਉੱਤੇ ਲੋੜ ਸੀ ਵੀ ਚਲੋ ਮੇਰੇ ਕੈਂਪ ਹੋਰ ਲੱਗਣ ਤੇ ਮੈਨੂੰ ਥੋੜ੍ਹਾ ਬਹੁਤਾ ਹੋਰ ਮੇਰੀ ਆਰਥਿਕ ਹਾਲਤ ਜਿਹੜੀ ਠੀਕ ਹੁੰਦੀ ਜਾਵੇ। ਚਲੋ ਸਾਡੀ ਉਸ ਦਿਨ ਗੱਲ ਹੋ ਗਈ, ਅਸੀਂ ਸਮਾਂ ਮਿਕ ਲਿਆ। ਦੂਜੇ ਮਹੀਨੇ, ਤੀਜੇ ਮਹੀਨੇ, ਜਿਸ ਤਰ੍ਹਾਂ ਵੀ, ਜਿਵੇਂ ਮਾਰਚ ਦੇ ਵਿੱਚ ਮੇਰੇ ਕੈਂਪ ਚੱਲ ਪੈਂਦੇ ਸੀਗੇ, ਅਸੀਂ ਮਾਰਚ ਤੋਂ ਲੈ ਕੇ ਸਰਕਾਰੀ ਸਕੂਲ ਦੇ ਵਿੱਚ ਹੀ ਉਹ ਕੈਂਪ ਸ਼ੁਰੂ ਕਰਤਾ। 2007 ਦੀ ਗੱਲ ਹੈ। 2007 ਦੇ ਵਿੱਚ 15 ਅਗਸਤ ਤੱਕ ਅਸੀਂ ਸਰਕਾਰੀ ਸਕੂਲ ਦੇ ਵਿੱਚ ਰਹੇ। 15 ਅਗਸਤ ਨੂੰ ਸਰਕਾਰੀ ਸਕੂਲ ਦੇ ਵਿੱਚ ਝੰਡਾ ਚੜ੍ਹਾਇਆ ਜਾਂਦਾ ਤੇ ਸਾਨੂੰ ਮੈਸੇਜ ਮਿਲ ਗਿਆ ਕਿ ਤੁਸੀਂ ਹੁਣ 5 ਦਿਨ ਪ੍ਰੈਕਟਿਸ ਨਹੀਂ ਲਾ ਸਕਦੇ। ਇੱਥੇ ਕਈ ਪਿੰਡਾਂ ਦੇ ਬੱਚੇ ਆਉਣ ਲੱਗ ਗਏ ਪਾਸਿਓਂ, ਜਿਵੇਂ ਰਹਿਲਾਂ ਦੇ ਕੋਠਿਆਂ ਦੇ ਬੱਚੇ ਸੀਗੇ, ਹੁਣ ਉਹ ਕੈਨੇਡਾ ਚਲੇ ਗਏ ਹੈ। ਖਾੜੇ ਦੇ ਬੱਚੇ ਸੀਗੇ ਉਸ ਟਾਈਮ ਦੇ ਉੱਤੇ, ਕਮਾਲਪੁਰੇ ਦੇ ਬੱਚੇ ਸੀਗੇ, ਉਹ ਇੱਥੇ ਆਉਣ ਲੱਗ ਗਏ, ਅਤੇ ਮਲਕ ਦੇ ਬੱਚੇ ਤਾਂ ਆਉਂਦੇ ਹੀ ਸੀਗੇ। ਜਦੋਂ 15 ਅਗਸਤ ਨੂੰ ਸਾਨੂੰ 15 ਅਗਸਤ ਤੋਂ 3 ਦਿਨ ਪਹਿਲਾਂ ਸਾਨੂੰ ਮੈਸੇਜ ਮਿਲਿਆ ਵੀ ਤੁਸੀਂ ਹੁਣ ਇੱਥੋਂ ਚਲੇ ਜਾਓ, 5 ਦਿਨ ਪਹਿਲਾਂ ਮੈਸੇਜ ਮਿਲਿਆ, ਅਤੇ 1 ਹਫ਼ਤਾ ਤੁਸੀਂ ਫੇਰ ਨਾ ਆਇਓ। ਅਤੇ ਸਾਡੇ ਭਾਅ ਦੀ ਬਣ ਗਈ ਵੀ ਹੁਣ ਅਸੀਂ ਕੀ ਕਰਾਂਗੇ। ਅਤੇ ਬਾਪੂ ਜੀ ਕਹਿਣ ਲੱਗੇ, ਹਿੰਦੇ ਦੇ ਦਾਦਾ ਜੀ, ਉਹ ਕਹਿਣ ਲੱਗੇ ਕਿ ਤੁਸੀਂ ਸਾਡਾ ਗਰਾਊਂਡ ਦੇਖ ਲਓ, ਜਾ ਕੇ ਸਾਡੇ ਪਿੰਡ ਚੱਲੋ। ਅਸੀਂ ਮੋਟਰਸਾਈਕਲ ਸਟਾਰਟ ਕੀਤੇ ਅਤੇ ਬਾਪੂ ਜੀ ਸਾਡੇ ਪਿੱਛੇ ਬੈਠਾ। ਜਦੋਂ ਮੈਨੂੰ ਗਰਾਊਂਡ ਦਿਖਾਇਆ ਉਹਨਾਂ ਨੇ ਮਲਕ ਪਿੰਡ ਦਾ, ਅਤੇ ਮੈਂ ਓਕੇ ਕਰਤਾ। ਬਿਲਕੁਲ ਬਾਈ ਜੀ, ਮਲਕ ਪਿੰਡ ਦੀ ਜਿਹੜੀ ਟੀਮ ਹੋਂਦ ਦੇ ਵਿੱਚ ਆਉਣ ਦੇ ਲਈ ਵੀ ਬਾਪੂ ਹਰਦੇਵ ਸਿੰਘ ਦਾ ਵੱਡਾ ਯੋਗਦਾਨ ਆ। ਮੈਂ ਅਕਸਰ ਕਹਿੰਦਾ ਹੁੰਦਾ ਵੀ ਜੇ ਬੱਚਿਆਂ ਨੂੰ ਰੁਚੀ ਆ ਤਾਂ ਬੱਚਿਆਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਜਾਂ ਫੈਮਿਲੀ ਦੇ ਕਿਸੇ ਵੀ ਇਨਸਾਨ ਨੂੰ ਲਗਾਓ ਖੇਡਾਂ ਦੇ ਨਾਲ ਹੋਣਾ ਜ਼ਰੂਰੀ ਆ। ਜਿੱਦਾਂ ਬਾਪੂ ਜੀ ਨੂੰ ਲਗਾਓ ਸੀ, ਉਹਨਾਂ ਨੇ ਆਪਦੇ ਬੱਚੇ ਪੋਤੇ ਦਾ ਤਿਆਰ ਕੀਤੇ, ਨਾਲ ਇਲਾਕੇ ਅਤੇ ਪਿੰਡ ਦੇ ਵੀ ਪਲੇਅਰ ਜਿਹੜੇ ਸੁਪਰਸਟਾਰ ਬਣਾਏ ਨੇ। ਬਾਪੂ ਜੀ ਦੀ ਗੱਲ ਮੈਂ ਜਿਹੜੀ ਦੱਸਦਾ, ਮੈਂ ਜਿੰਨਾ ਉਤਸ਼ਾਹ ਕਬੱਡੀ ਦੇ ਵਿੱਚ ਬਾਪੂ ਜੀ ਦਾ ਦੇਖਿਆ ਬੱਚਿਆਂ ਪ੍ਰਤੀ, ਇੰਨਾ ਅੱਜ ਤੱਕ ਮੈਂ ਕੋਈ ਵੀ ਬੱਚੇ ਦਾ ਸਕਾ ਮਾਂ ਪਿਓ ਇੰਨੀ ਰੁਚੀ ਰੱਖਦਾ ਮੈਂ ਨਹੀਂ ਦੇਖਿਆ। ਅੱਜ ਤੱਕ ਮੇਰੇ ਨਾਲ ਉਹਨਾਂ ਨੇ ਬਹੁਤ ਚੰਗਾ ਵਰਤਾਓ ਕੀਤਾ। ਜੋ ਵੀ ਮੈਨੂੰ ਲੋੜ ਪਈ ਉਹਨਾਂ ਨੇ ਯਕਦਮ ਪੂਰੀ ਕੀਤੀ, ਕਿਉਂਕਿ ਉਸ ਟਾਈਮ 'ਤੇ ਮੇਰਾ ਕੋਈ ਨਹੀਂ ਸੀ ਇੱਥੇ, ਠੀਕ ਹੈ। ਮੈਂ ਬਗਾਵਤ ਕਰਕੇ ਘਰੋਂ ਆਇਆ ਸੀਗਾ, ਅਤੇ ਰਿਸ਼ਤੇਦਾਰੀ 'ਚ ਵੀ ਮੇਰਾ ਬੋਲਚਾਲ ਘੱਟ ਸੀਗਾ, ਕਿਉਂਕਿ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਸੀ। ਮੈਂ ਹਰ ਵਕਤ ਕੰਮ ਲਈ ਸੋਚ ਰਿਹਾ ਸੀਗਾ ਵੀ ਮੈਂ ਇੱਧਰ ਵੀ ਕੰਮ ਲਵਾਂ, ਇੱਧਰ ਵੀ ਕੰਮ ਲਵਾਂ।
ਤੇ ਮੈਨੂੰ ਜਿਹੜੀਆਂ ਘਰ ਦੀਆਂ ਲੋੜਾਂ ਸੀਗੀਆਂ ਉਹ ਵੀ ਜ਼ਰੂਰੀ ਸੀਗੀਆਂ, ਕਿਉਂਕਿ ਕਬੀਲਦਾਰੀ ਸੀਗੀ। ਤੇ ਉਸ ਟਾਈਮ ਫਿਰ ਜਦੋਂ ਮੇਰਾ ਬਾਪੂ ਜੀ ਦੇ ਨਾਲ ਸੰਪਰਕ ਹੋਇਆ, ਦੋਸਤੀ ਪਈ, ਮੈਂ ਆਪਣੇ ਆਪ ਨੂੰ ਸਮਝਿਆ ਕਿ ਮੇਰਾ ਵੀ ਕੋਈ ਹੈ। ਫਿਰ ਉਸ ਇਨਸਾਨ ਨੇ ਮੇਰੀ ਬਾਂਹ ਫੜੀ ਤੇ ਅਸੀਂ ਮਲਕ ਪਿੰਡ ਦੇ ਵਿੱਚ ਕੈਂਪ ਸਟਾਰਟ ਕੀਤਾ। ਹੌਲੀ ਹੌਲੀ ਮੈਂ ਚੱਲਦਾ ਆਇਆ। ਮਲਕ ਪਿੰਡ ਦੀ ਟੀਮ ਜਿਹੜੀ ਹੋਂਦ 'ਚ ਆਈ, ਬਹੁਤ ਸਾਰੇ ਇਨਸਾਨਾਂ ਨੇ ਰਿਸਪੌਂਸ ਦਿੱਤਾ। ਇਕੱਲੇ ਬਾਪੂ ਜੀ ਨੇ, ਹੋਰ ਵੀ ਬੰਦੇ ਸੀਗੇ ਮਲਕ ਪਿੰਡ ਦੇ ਜਿਹੜਾ ਉਤਸ਼ਾਹ ਕਰਦੇ ਸੀਗੇ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਆ। ਜਦੋਂ ਮੈਨੂੰ ਕੋਈ ਸ਼ਬਦ ਬੰਦਾ ਕਹਿ ਦਿੰਦਾ ਵੀ ਬਹੁਤ ਚੰਗਾ ਕੰਮ ਕਰ ਦਿੰਦਾ, ਤੇ ਮੈਨੂੰ ਇਹ ਖੁਰਾਕ ਮਿਲ ਜਾਂਦੀ ਹੈ ਅਲੱਗ ਕਿਸਮ ਦੀ ਕਿ ਮੈਨੂੰ ਅੱਜ ਫਲਾਣੇ ਇਨਸਾਨ ਨੇ ਸਲਾਹਿਆ, ਮੈਨੂੰ ਬਹੁਤ ਚੰਗਾ ਲੱਗਿਆ, ਉਹਦੇ ਮਨ 'ਚ ਮੇਰੇ ਲਈ ਕੁਛ ਨਾ ਕੁਛ ਹੈਗਾ। ਇਸ ਤਰ੍ਹਾਂ ਸੀ। ਬਿਲਕੁਲ ਬਾਈ ਜੀ, ਜਦੋਂ ਤੁਸੀਂ ਮਾਲਕ ਕੈਂਪ ਲਾਇਆ ਹੈ ਨਾ, ਉਸ ਸਮੇਂ ਤੱਕ ਤੁਸੀਂ ਕਾਫੀ ਪਲੇਅਰ ਜਿਹੜੇ ਨਾਲ ਦੇ ਬੈਲਟ 'ਤੇ ਤਿਆਰ ਕਰ ਚੁੱਕੇ ਸੀ, ਪਰ ਉਸ ਸਮੇਂ ਦੀ ਕਬੱਡੀ ਤੇ ਅੱਜ ਦੀ ਕਬੱਡੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਬੱਡੀ ਜਿਹੜੀ ਉਸ ਸਮੇਂ ਦੀ ਸੀਗੀ ਉਹ ਵੀ ਠੀਕ ਹੈ, ਜਿਹੜੀ ਅੱਜ ਦੀ ਕਬੱਡੀ ਹੈ ਉਹ ਵੀ ਠੀਕ ਹੈ। ਸਿਰਫ ਫਰਕ ਕਿੱਥੇ ਪਿਆ? ਬੱਚਿਆਂ ਦੀ ਜਾਣਕਾਰੀ ਦੇ ਵਿੱਚ ਫਰਕ ਪੈ ਗਿਆ। ਜਿਵੇਂ ਪਹਿਲਾਂ ਮੈਂ ਕੈਂਪ ਲਾ ਕੇ ਅਕਸਰ ਬੱਚਿਆਂ ਨੂੰ ਕਿਹਾ ਕਰਦਾ ਸੀ ਕਿ ਤੁਸੀਂ ਇਕੱਲੀ ਕਬੱਡੀ ਨਹੀਂ ਖੇਡਣਾ, ਤੁਸੀਂ ਆਪਣਾ ਮਾਨਸਿਕ ਲੈਵਲ ਵੀ ਉੱਚਾ ਕਰੋ, ਆਪਣੀ ਸੋਚ ਨੂੰ ਉੱਚੀ ਕਰੋ। ਜੇਕਰ ਤੁਸੀਂ ਟੌਪ ਕਬੱਡੀ ਖੇਡਣੀ ਹੈ, ਕਬੱਡੀ 'ਚੋਂ ਕੁਛ ਪਾਉਣਾ ਹੈ, ਤੇ ਤੁਹਾਨੂੰ ਜ਼ਰੂਰ ਆਪਣੀ ਸਮਝ ਨੂੰ ਉੱਚਾ ਕਰਨਾ ਪੈਣਾ। ਅਗਰ ਤੁਸੀਂ ਸਮਝ ਨਾ ਉੱਚੀ ਕੀਤੀ, ਤੁਸੀਂ ਟੌਪ ਕਬੱਡੀ ਖੇਡ ਲਈ, ਤੇ ਫਿਰ ਤੁਹਾਨੂੰ ਸ਼ੌਹਰਤ ਮਿਲੀ, ਰੱਖੀ ਨਹੀਂ ਜਾਣੀ। ਜਿਹੜਾ ਪੈਸਾ ਮਿਲਿਆ ਉਹ ਨਹੀਂ ਰੱਖਿਆ ਜਾਣਾ, ਉਹ ਚਲਾ ਜਾਊਗਾ, ਕਿਉਂਕਿ ਸਮਝ ਸਭ ਕੁਝ ਰੱਖਦੀ ਹੈ। ਅਗਰ ਇਨਸਾਨ ਦੀ ਸਮਝ ਛੋਟੀ ਹੈ ਤੇ ਸਾਰੀ ਚੀਜ਼ ਖਰਾਬ ਹੋ ਜਾਣੀ ਬਣੀ ਬਣਾਈ। ਅਗਰ ਸਮਝ ਨੂੰ ਵਧਾ ਲਿਆ ਜਾਵੇ ਤੇ ਫਿਰ ਜਿਹੜੀ ਸਾਰੀ ਚੀਜ਼ ਤੁਸੀਂ ਹਾਸਲ ਕੀਤੀ ਹੈ ਉਹ ਤੁਸੀਂ ਰੱਖ ਸਕਦੇ ਆ, ਉਹਦਾ ਆਨੰਦ ਲੈ ਸਕਦੇ ਆ ਤੁਸੀਂ। ਬਿਲਕੁਲ ਬਾਈ, ਹੈ ਨਾ, ਤੁਸੀਂ ਹੁਣ ਲੰਬੇ ਸਮੇਂ ਤੋਂ ਕਬੱਡੀ ਦੇ ਵਿੱਚ ਵਿਚਰਦੇ ਹੋ। ਕਬੱਡੀ ਦੇ ਵਿੱਚ ਕਾਫੀ ਜ਼ਿਆਦਾ ਊਣਤਾਈਆਂ ਨੇ। ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਵੀ ਮੈਂ ਇੱਕ ਆਪ ਦੀ ਟੀਮ ਬਣਾਵਾਂ ਵੱਖਰੇ ਤੌਰ 'ਤੇ, ਜਿਨ੍ਹਾਂ ਪਲੇਅਰਾਂ ਨੂੰ ਤੁਸੀਂ ਪ੍ਰੈਕਟਿਸ ਲਵਾਈ ਹੋਵੇ? ਜ਼ਰੂਰ ਮੇਰੇ ਮਨ 'ਚ ਆਉਂਦਾ ਵੀ ਮੈਂ ਆਪਣੀ ਟੀਮ ਮਤਲਬ ਬਣਾ ਕੇ ਅਕੈਡਮੀਆਂ ਦੇ ਵਿੱਚ ਤਾਰਾਂ। ਬਹੁਤ ਸਾਰੇ ਲੋਕਾਂ ਨੇ ਮੈਨੂੰ ਉਤਸ਼ਾਹ ਕੀਤਾ, ਬਹੁਤ ਸਾਰੀਆਂ ਅਕੈਡਮੀਆਂ ਨੇ ਮੈਨੂੰ ਆਫਰ ਰੱਖੀ ਹੈ ਕਿ ਤੁਸੀਂ ਸਾਡੀ ਟੀਮ ਦਾ ਕੋਚ ਬਣ ਜਾਓ, ਤੁਸੀਂ ਸਾਡੀ ਟੀਮ ਦੀ ਕਮਾਂਡ ਕਰੋ। ਪਰ ਕੁਛ ਗੱਲਾਂ ਹੈਗੀਆਂ ਜਿਹੜੀਆਂ ਕਿ ਮੇਰੇ ਮਨ ਦੇ ਵਿੱਚ, ਮੇਰੇ ਜੇਨ ਦੇ ਵਿੱਚ ਜਾਂਦੀਆਂ ਨਹੀਂ ਗਈਆਂ ਕਿ ਮੈਂ ਅਕੈਡਮੀਆਂ 'ਚ ਜਾਵਾਂ ਅਤੇ ਫਿਰ ਪਲੇਅਰਾਂ ਦੇ ਨਾਲ ਮੈਂ ਉੱਥੇ ਜਾ ਕੇ ਮਤਲਬ ਕੋਚ ਬਣ ਕੇ ਉੱਥੇ ਖੜ੍ਹਾਂ ਅਤੇ ਮੇਰਾ ਨਾਮ ਬੋਲਣ। ਇਹ ਮੈਨੂੰ ਇਸ ਤਰ੍ਹਾਂ ਠੀਕ ਹੈ, ਬਹੁਤ ਚੰਗੀ ਗੱਲ ਆ ਜਿਨ੍ਹਾਂ ਨੂੰ ਚੰਗਾ ਲੱਗਦਾ, ਪਰ ਮੇਰੇ ਨੂੰ ਇਹ ਚੰਗਾ ਨਹੀਂ ਵਾਲਾ ਲੱਗਦਾ। ਦੂਜੇ ਨੰਬਰ 'ਤੇ ਫਿਰ ਜਿਹੜਾ ਮੇਰਾ ਰਹਿਣਾ ਸਹਿਣਾ, ਜਿਵੇਂ ਮੈਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਤੋਂ ਬਾਅਦ ਖੁਦ ਆਪਣੀ ਖੁਰਾਕ ਲੈ ਕੇ ਜਾਣੀ, ਮੈਂ ਖੁਦ ਖਾਣੀ ਹੈ। ਸਭ ਤੋਂ ਜ਼ਿਆਦਾ ਮੇਰਾ ਧਿਆਨ ਮੇਰੀ ਹੈਲਥ ਦਾ ਹੈ ਕਿ ਮੈਂ ਆਪਣਾ ਫਿਜ਼ੀਕਲ 'ਤੇ ਕਿਵੇਂ ਫਿੱਟ ਰਹਿਣਾ ਹੈ। ਉਸ ਤੋਂ ਵੀ ਜ਼ਿਆਦਾ ਧਿਆਨ ਮੇਰੀ ਮਾਨਸਿਕਤਾ ਦਾ ਹੈ ਵੀ ਮੈਥੋਂ ਗਲਤ ਬੋਲਿਆ ਤਾਂ ਨਹੀਂ ਗਿਆ, ਮੈਨੂੰ ਝੂਠ ਤਾਂ ਨਹੀਂ ਮਾਰਨਾ ਪੈਣਾ। ਹੋ ਸਕਦਾ ਮੈਂ ਆਪਣਾ ਸਰਕਲ ਜੇ ਉਧਰਲੇ ਪਾਸੇ ਨੂੰ ਲਵਾਂ ਅਤੇ ਮੈਨੂੰ ਬਹੁਤ ਸਾਰੇ ਝੂਠਾਂ ਦਾ ਸਹਾਰਾ ਲੈਣਾ ਪਵੇ, ਮੈਨੂੰ ਬਹੁਤ ਸਾਰਾ ਰੌਂਗ ਬੋਲਣਾ ਪਵੇ। ਮੈਂ ਇਹਨਾਂ ਚੀਜ਼ਾਂ ਤੋਂ ਬਚਾਅ ਕਰਦਾ ਹੀ ਮੈਂ ਸੋਚਦਾ ਕਿ ਜਿਹੜੀ ਲਾਈਨ ਮੇਰੀ ਚੁਣੀ ਹੋਈ ਹੈ, ਮੈਂ ਇਸੇ ਲਾਈਨ ਨੂੰ ਹੋਰ ਪ੍ਰਫੁੱਲਤ ਕਰਾਂ। ਜਿਹੜੇ ਬੱਚੇ ਮੇਰੇ ਕੋਲ ਪ੍ਰੈਕਟਿਸ ਕਰਦੇ ਆ ਉਹਨਾਂ ਨੂੰ ਮੈਂ ਹੋਰ ਜ਼ਿਆਦਾ ਉਤਸ਼ਾਹ ਕਰਕੇ ਪ੍ਰੈਕਟਿਸ ਕਰਵਾਵਾਂ, ਉਹਨਾਂ 'ਚੋਂ ਪਲੇਅਰ ਉੱਠਣ ਅਤੇ ਮੇਰੇ ਪਲੇਅਰ ਅਕੈਡਮੀਆਂ ਦੇ ਵਿੱਚ ਜਾਣ। ਮੇਰੇ ਮਨ ਦੀ ਜਿਹੜੀ ਤਮੰਨਾ, ਮੇਰੇ ਮਨ ਦੀ ਮੰਗ ਹੈ, ਇਹ ਚੀਜ਼ ਹੈ ਇਸ ਤਰ੍ਹਾਂ ਦੀ। ਬਾਈ ਜੀ, ਤੁਸੀਂ ਇਹ ਦੱਸ ਸਕਦੇ ਹੋ ਵੀ ਕਿਹੜੇ ਪਲੇਅਰਾਂ ਨੂੰ ਜਿੱਥੇ ਤੁਸੀਂ ਹੁਣ ਕੈਂਪ ਲਾਏ ਨੇ ਉਹ ਮੁੰਡੇ ਸੁਪਰਸਟਾਰ ਬਣੇ ਆ, ਉਹਨਾਂ ਦੇ ਨਾਮ ਜ਼ਰੂਰ ਦੱਸੋ। ਹਾਂਜੀ, ਉਹਨਾਂ ਤੋਂ ਸਭ ਤੋਂ ਪਹਿਲਾਂ ਜਿਹੜਾ ਮੁੱਢੋਂ ਮੈਂ ਪ੍ਰੈਕਟਿਸ ਕਰਵਾ ਕੇ ਲੈ ਕੇ ਆਇਆ ਉਹ ਦੌਦਰ ਦੇ ਪਲੇਅਰ ਚੰਗੇ ਰਹੇ, ਜਿਵੇਂ ਬਰਿੰਦਰ ਸਿੰਘ, ਕੀਪਾ, ਪੀਤਾ ਵੀ ਮਤਲਬ ਠੀਕ ਪਹਿਲਾਂ ਪਲੇਅਰ ਸੀਗਾ ਬਣਿਆ ਹੋਇਆ, ਪੱਤੋ ਸਾਧੂ ਸਿੰਘ ਕੋਲ ਪ੍ਰੈਕਟਿਸ ਲਾਉਂਦਾ ਸੀਗਾ। ਮੁੱਢ ਤੋਂ ਤਾਂ ਮੈਂ ਨਹੀਂ ਲਿਆ, ਪਰ ਕੁਛ ਟਾਈਮ ਉਹਨਾਂ ਨੂੰ ਮੈਂ ਪ੍ਰੈਕਟਿਸ ਦਿੱਤੀ ਹੈ ਅਤੇ ਇਹ ਦੌਦਰ ਦੇ ਪਲੇਅਰ ਸੀ। ਫਿਰ ਉਸ ਤੋਂ ਬਾਅਦ ਜਿਹੜੀ ਧੱਲੇ ਕੇ ਵਾਲੀ ਅਕੈਡਮੀ ਸੀ ਉਹਦੇ 'ਚ ਵੀ ਧੱਲੇ ਕੇ ਵਾਲਾ ਚਰਨਾ, ਰਾਊਕੇ ਵਾਲਾ ਅਮਰੀਕ, ਪਾਲ ਮਾਲੇ ਵਾਲਾ, ਇਹ ਪਹਿਲਾਂ ਦੇ ਦੌਰ ਦੇ ਸੀ, 2010 ਤੋਂ ਪਹਿਲਾਂ ਦੇ ਦੌਰ ਦੇ। ਉਸ ਤੋਂ ਬਾਅਦ ਫਿਰ ਜਿਹੜੇ ਚੱਲੇ ਆ, ਹਿੰਦਾ ਮਲਕ ਵਾਲਾ ਆ ਗਿਆ, ਫਿਰ ਜੱਸਾ ਚੰਦਾ ਵਾਲਾ, ਅਮਨਾ ਚੰਦਾ ਵਾਲਾ, ਰਵੀ ਲੋਪੋ ਵਾਲਾ। ਇਹ ਸਾਰੇ ਪਲੇਅਰ ਜਿਹੜੇ ਆ ਮੇਰੇ ਹੁਣ ਅੱਜ ਦੇ ਦੌਰ 'ਚ ਕਿੰਦਾ ਵਧਨੀ ਵਾਲਾ ਚੰਗਾ ਖੇਡ ਰਿਹਾ। ਉਸ ਤੋਂ ਬਾਅਦ ਜਿਵੇਂ ਹਰਮਨ ਘੋਲਗੇ ਵਾਲਾ, ਲੱਭਾ ਦੌਦਰ ਵਾਲਾ, ਚੀਮਨੇ ਵਾਲਾ ਲਵਪ੍ਰੀਤ,
ਇਹ ਆਉਣ ਵਾਲੇ ਸਮੇਂ ਦੇ ਹੋ ਸਕਦਾ ਸਟਾਰ ਹੋਣ ਜੇ ਇਸੇ ਟਰੈਕ ਤੇ ਟਿਕੇ ਰਹੇ ਤਾਂ ਆਸਤਾ ਆਸਤਾ। ਬਿਲਕੁਲ ਬਾਈ, ਇਸ ਸੀਜ਼ਨ ਦੇ ਵਿੱਚ ਤੁਹਾਡਾ ਜੰਡੀ ਪਿੰਡ ਕੈਂਪ ਲੱਗਿਆ, ਜਿਸ ਪਿੰਡ ਨੂੰ ਕਬੱਡੀ ਦੀ ਨਰਸਰੀ ਦੇ ਤੌਰ ਤੇ ਜਾਣਿਆ ਜਾਂਦਾ, ਜਿਸ ਪਿੰਡ ਨੇ ਸਮੇਂ-ਸਮੇਂ ਤੇ ਸੁਪਰਸਟਾਰ ਖਿਡਾਰੀ ਦਿੱਤੇ ਆ। ਜੰਡੀ ਕੈਂਪ ਲੱਗਿਆ ਐਤਕੀ ਪਹਿਲਾ ਸਾਲ ਸੀਗਾ, ਬਹੁਤ ਚੰਗੇ ਭਲਵਾਨ ਸੀ ਉੱਥੇ, ਜਿਵੇਂ ਜੀਤਾ ਜੰਡੀ ਵਾਲਾ ਪ੍ਰੈਕਟਿਸ ਕੀਤੀ ਹੈ, ਆਪਣਾ ਸੋਨੂ ਰਾਮਗੜੀਆ, ਇਹਦੇ ਨਾਲ ਜਿਹਨੂੰ ਬੰਦੇ ਮਾਰ ਕਹਿੰਦੇ ਆ ਉਹਦਾ ਪੱਕਾ ਨਾਂ ਭੋਲਾ ਸਿੰਘ, ਵਧੀਆ ਬੱਚਾ ਹੈ, ਬਹੁਤ ਹੋਣਹਾਰ ਬੱਚਾ ਹੈ, ਬਹੁਤ ਸਮਝਦਾਰ ਹੈ ਅਤੇ ਸੰਸਕਾਰ ਚੰਗੇ ਹੈ ਮਾਪਿਆਂ ਦੇ। ਉਸ ਤੋਂ ਬਾਅਦ ਫਿਰ ਛੋਟੇ ਜੰਡੀ ਵਾਲੇ ਜਿਹੜੇ ਆਪਣੇ ਹਰਮਨ ਸਿੰਘ ਰੇਡਰ ਆ ਜਿਹੜਾ, ਉਹਦੇ ਨਾਲ ਇੱਕ ਉਹ ਮੁੰਡੇ ਦਾ ਨਾਮ ਹੈ ਅਨਮੋਲ ਸਿੰਘ, ਉਹ ਆਉਣ ਵਾਲੇ ਸਮੇਂ ਦੇ ਸਟਾਰ ਹੋਣਗੇ। ਫਿਰ ਉਸ ਤੋਂ ਬਾਅਦ ਜਾਫੀ ਹੈ, 5-6 ਜਿਹੜੇ ਰੈਡੀ ਹੋਣ ਵਾਲੇ ਅੱਜ ਅਕੈਡਮੀਆਂ ਦੇ ਦੌਰ 'ਤੇ ਉਹ ਕਿਨਾਰੇ 'ਤੇ ਖੜ੍ਹੇ ਹੈ। ਅਗਰ ਉਹਨਾਂ ਦੀ 1 ਸਾਲ ਟ੍ਰੇਨਿੰਗ ਲੱਗਦੀ ਹੈ ਅਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੇ ਆ। ਸੋਹਣੀ ਪ੍ਰੈਕਟਿਸ ਹੋਈ, 2 ਮਹੀਨਿਆਂ ਦਾ ਕੈਂਪ ਸੀ ਇੱਥੇ, ਬਹੁਤ ਸੋਹਣਾ ਉਤਸ਼ਾਹ ਨਾਲ ਪ੍ਰੈਕਟਿਸ ਕੀਤੀ। ਦਰਅਸਲ ਮੇਰਾ ਮਨੋਂ ਇਸ ਤਰ੍ਹਾਂ ਦਾ ਕਿ ਮੈਂ ਬੱਚਿਆਂ ਨੂੰ ਪ੍ਰੇਰ ਕੇ ਉਹਨਾਂ ਨੂੰ ਇਸ ਟਰੈਕ 'ਤੇ ਟਿਕਾਈ ਰੱਖਾਂ, ਉਹਨਾਂ ਨੂੰ ਮੈਂ ਸਿਆਣੇ ਬਣਾ ਦਿਆਂ, ਉੱਚੀ ਨਾ ਬੋਲਣ, ਰੌਂਗ ਨਾ ਬੋਲਣ, ਚੀਟਿੰਗ ਨਾ ਕਰਨ, ਅੱਕਣ ਨਾ, ਥੱਕਣ ਨਾ, ਅਤੇ ਉਹ ਇਸ ਟਰੈਕ 'ਤੇ ਟਿਕੇ ਰਹਿਣ। ਪਲੇਅਰ ਉਹਨਾਂ ਨੇ ਆਪਣੇ ਆਪ ਬਣ ਜਾਣਾ, ਆਪਣੇ ਆਪ ਬਣ ਜਾਣਾ। ਜਿਹਨੂੰ ਉਹਨਾਂ ਦੀ ਮਨ ਦੀ ਸ਼ੁੱਧੀ ਕਰਦਾ ਰਿਹਾ, ਮੈਂ ਉਹਨਾਂ ਦਾ ਮਾਨਸਿਕ ਤਲ ਜਿਹੜਾ ਮਾਨਸਿਕ ਲੈਵਲ ਉੱਚਾ ਕਰਦਾ ਰਿਹਾ, ਉਹਨਾਂ ਨੂੰ ਜਾਗਰਤ ਕਰਦਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਐਟੋਮੈਟਿਕਲੀ ਪਲੇਅਰ 2-3 ਸਾਲਾਂ ਦੇ ਵਿੱਚ ਇਸ ਚੀਜ਼ ਦੀ ਭਾਸ਼ਾ ਨੂੰ ਸਮਝ ਜਾਂਦਾ ਹੈ ਕਿ ਮੈਂ ਇਸ ਟਰੈਕ 'ਤੇ ਟਿਕਿਆ ਰਵਾਂ ਅਤੇ ਮੈਂ ਦਾਖੋਰਾ ਬਣ ਜਾਊਂਗਾ, ਇਸ ਟਰੈਕ 'ਤੇ ਟਿਕਿਆ ਰਵਾਂ ਅਤੇ ਮੈਂ ਫਿਜ਼ੀਕਲ 'ਤੇ ਬਹੁਤ ਤਕੜਾ ਬਣ ਜਾਊਂਗਾ, ਇਸ ਟਰੈਕ 'ਤੇ ਟਿਕਿਆ ਰਵਾਂ ਅਤੇ ਕਬੱਡੀ ਦੇ ਸਾਰੀਆਂ ਬਰੀਕੀਆਂ ਮੈਂ ਸਿੱਖ ਸਕਦਾ ਇਸ ਤਰ੍ਹਾਂ। ਬਿਲਕੁਲ ਬਾਈ, ਜਿਹੜੇ ਤੁਸੀਂ ਨਵੇਂ ਚਿਹਰੇ ਨੇ ਇਸ ਸਾਲ ਤਿਆਰ ਕੀਤੇ ਆ, ਜਿੱਦਾਂ ਲੱਭਾ ਦੌਦਰਾ, ਕਿੰਦਾ ਬੱਧਨੀ, ਹਰਮਨ ਘੋਲੀਆ, ਲੱਭੀ ਭਲਵਾਨ ਚੀਮਣਾ ਜਾਂ ਹਰਮਨ ਜੰਡੀ, ਅਨਮੋਲ ਜੰਡੀ ਜਾਂ ਜੰਡੀ ਦੇ 2 ਜਾਫੀ ਬੜੇ ਵਧੀਆ ਉੱਠੇ ਆ ਗੋਪੀ ਵਰਗੇ, ਇਹਨਾਂ ਨਾਲ ਮੇਰਾ ਨਿੱਜੀ ਲਗਾਓ ਵੀ ਕਾਫੀ ਜ਼ਿਆਦਾ ਹੈ ਨਾ, ਵੀ ਮਿੱਤਰਤਾ ਕਹਿ ਲਈ ਇੱਕ ਆਪਣੀ ਹੈਗੀ ਇਹਨਾਂ ਦੇ ਨਾਲ। ਮੈਂ ਵੀ ਇਹ ਦੇਖਦਾ ਹੁੰਦਾ ਵੀ ਜੇ ਇਹ ਚਿਹਰੇ ਤੁਹਾਡੇ ਕੋਲ ਟਿਕੇ ਰਹਿਣਗੇ, ਲੰਬੀ ਤੇ ਸਾਫ਼ ਸੁਥਰੀ ਕਬੱਡੀ ਖੇਡ ਸਕਦੇ। ਇਹਨਾਂ ਦੇ ਵਿੱਚ ਕਾਫੀ ਬਦਲਾਅ ਤੁਹਾਡੇ ਕੋਲੇ ਪ੍ਰੈਕਟਿਸ ਕਰਕੇ ਆ ਚੁੱਕਾ ਮਾਨਸਿਕਤਾ ਦੇ ਵਿੱਚ। ਮੇਰਾ ਅਕਸਰ ਇਹਨਾਂ ਨੂੰ ਲੈਸਨ ਜਿਹੜਾ ਹਫ਼ਤੇ 'ਚ 1 ਦਿਨ ਮੈਂ ਲਾਉਣਾ ਹੈ, ਉਹ ਮੇਰਾ ਲੈਸਨ ਇਹ ਹੁੰਦਾ ਹੈ ਕਿ ਤੁਸੀਂ ਮੇਰੇ ਸਟੂਡੈਂਟ ਆ, ਮੇਰੇ ਬੇਟਿਆਂ ਵਰਗੇ ਆ। ਮੈਂ ਇੱਕ ਮਤਲਬ ਸੱਚੀ ਗੱਲ ਤੁਹਾਡੇ ਅੰਦਰ ਟਿਕਾਉਣੀ ਚਾਹੁੰਦਾ ਕਿ ਕਬੱਡੀ 1 ਸਾਲ ਦੀ ਨਹੀਂ, 2 ਸਾਲ ਦੀ ਨਹੀਂ, ਕਬੱਡੀ 5 ਸਾਲ ਦੀ ਨਹੀਂ, ਮੈਂ ਤੁਹਾਡੀ ਕਬੱਡੀ ਜਿਹੜੀ ਹੈ 20 ਸਾਲ ਖਿਡਾਉਣੀ ਚਾਹੁੰਦਾ ਤੁਹਾਨੂੰ। ਅਤੇ ਉਹ 20 ਸਾਲ ਕਬੱਡੀ ਕਿਵੇਂ ਖੇਡੀ ਜਾਊਗੀ ਇਹ ਤੁਹਾਨੂੰ ਮੈਥੋਂ ਹਰ ਵਕਤ ਪੁੱਛਦੇ ਰਹਿਣਾ ਚਾਹੀਦਾ। ਇਹਦੇ ਬਾਰੇ ਖੁਰਾਕ ਕਿਹੜੀ ਚਾਹੀਦੀ ਹੈ, ਫਿਜ਼ੀਕਲ ਦੀ ਖੁਰਾਕ ਕਿਹੜੀ ਹੈ, ਮਾਨਸਿਕਤਾ ਦੀ ਖੁਰਾਕ ਕਿਹੜੀ ਹੈ, ਇਹ ਵਾਰ-ਵਾਰ ਮਤਲਬ ਮੈਂ ਉਹਨਾਂ ਨੂੰ ਦੁਹਰਾਉਂਦਾ ਰਹਿੰਦਾ, ਉਹਨਾਂ ਦੇ ਮਨ 'ਚ ਪੱਕਾ ਕਰਦਾ ਕਿ 1 ਸਾਲ ਦੀ ਕਬੱਡੀ ਨਹੀਂ ਗੀ, 2 ਸਾਲ ਦੀ ਕਬੱਡੀ ਨਹੀਂ ਗੀ। ਤੁਹਾਡਾ ਮਨ ਕਿਤੇ ਕੋਈ ਇੰਜਰੀ ਹੋ ਗਈ ਅਤੇ ਮਨ ਅੱਕ ਜੇ, ਥੱਕ ਜੇ ਅਤੇ ਤੁਸੀਂ ਟਰੈਕ ਤੋਂ ਪਾਸੇ ਹਟ ਜਾਓ, ਕਿਤੇ ਵੇਖਿਓ ਬੇਵਕੂਫੀ ਨਾ ਕਰ ਲਿਓ, ਕਿਤੇ ਨੁਕਸਾਨ ਨਾ ਕਰ ਲਿਓ। ਇੰਜਰੀ ਹੋ ਗਈ 1 ਸਾਲ ਤੋਂ ਬਾਅਦ, 6 ਮਹੀਨਿਆਂ ਤੋਂ ਬਾਅਦ, 3 ਮਹੀਨਿਆਂ ਤੋਂ ਬਾਅਦ ਤੁਸੀਂ ਫੇਰ ਟਰੈਕ 'ਤੇ ਆ ਗਏ ਆ, ਫੇਰ ਸੰਘਰਸ਼ ਵਿੱਢ ਦਿਓ। ਸੰਘਰਸ਼ ਨੂੰ ਰੈਗੂਲਰ ਚੱਲਦੇ ਚਲਾਓ ਅਤੇ ਜ਼ਿਆਦਾ ਕਰਦੇ ਚੱਲੋ। ਮੈਂ ਖੁਦ ਵੀ ਆਪਣਾ ਸੰਘਰਸ਼ ਆਪਦਾ ਮੈਂ ਜਿਹੜਾ ਫਿਜ਼ੀਕਲ 'ਤੇ ਹੈ ਬਹੁਤ ਜ਼ਿਆਦਾ ਸੰਘਰਸ਼ ਕਰ ਲੈਂਦਾ, ਅਤੇ ਬੱਚਿਆਂ ਨੂੰ ਵੀ ਮੈਂ ਇਹੀ ਪ੍ਰੇਰਨਾ ਦਿੰਦਾ ਹੈ ਕਿ ਤੁਸੀਂ ਰੈਗੂਲਰ ਸੰਘਰਸ਼ 'ਤੇ ਬਣੇ ਰਹਿਣਾ। ਮਾਨਸਿਕਤਾ ਥੱਕਦੀ ਹੈ, ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ, ਪਰ ਮੈਂ ਕਹਿੰਦਾ ਵੀ ਅੱਕੀ ਹੋਈ ਮਾਨਸਿਕਤਾ, ਥੱਕੀ ਹੋਈ ਮਾਨਸਿਕਤਾ ਗਰਾਊਂਡਾਂ 'ਚ ਲਿਆ ਕੇ ਰੱਖੋ। ਆਸਤਾ ਆਸਤਾ ਤੁਹਾਡਾ ਮਨ ਜੁੜਨ ਲੱਗ ਜਾਊਗਾ ਅਤੇ ਫਿਰ ਤੁਸੀਂ ਟੌਪ ਭਲਵਾਨ ਬਣ ਕੇ ਨਿਕਲੋਗੇ। ਟੌਪ ਭਲਵਾਨ ਜਿਹਨੂੰ ਟੌਪਰ ਕਹਿੰਦੇ ਆ। ਇਨਸਾਨ ਦੇ ਵਿੱਚ ਫਰਕ ਨਹੀਂ ਗਾ ਕੋਈ ਵੀ, ਫਰਕ ਸਿਰਫ ਉੱਥੇ ਹੈ ਕਿ ਮਾਨਸਿਕਤਾ ਅੱਕ ਗਈ, ਥੱਕ ਗਈ, ਉਹਨੂੰ ਉਹਦੀ ਖੁਰਾਕ ਨਹੀਂ ਮਿਲੀ, ਕੋਈ ਦੱਸਣ ਵਾਲਾ ਨਹੀਂ ਮਿਲਿਆ ਅਤੇ ਉਹ ਪਾਸੇ ਹੋ ਕੇ ਬਹਿ ਗਈ, ਉਹ ਥੱਕ ਗਈ ਅਤੇ ਕਹਿੰਦੀ ਮੈਥੋਂ ਨਹੀਂ ਹੋ ਸਕਦਾ। ਅਤੇ ਫਿਰ ਕੀ ਹੋਇਆ, ਸਮਾਂ ਆਪਣੀ ਰਫਤਾਰ ਚੱਲੀ ਜਾ ਰਿਹਾ, ਸਮੇਂ ਨੇ ਰੁਕਣਾ ਨਹੀਂ ਗਾ। ਅਤੇ 1 ਸਾਲ ਤੋਂ ਬਾਅਦ, 2 ਸਾਲ ਤੋਂ ਬਾਅਦ ਪਾਸੇ ਹਟਿਆ ਭਲਵਾਨ ਫਿਰ ਉਤਸ਼ਾਹ ਕਰਦਾ ਗਰਾਊਂਡਾਂ 'ਚ, ਫਿਰ ਉਹਦੀ ਜਿਹੜੀ ਪ੍ਰੋਗਰੈਸ ਹੈ ਜਾਂ ਉਹਦਾ ਰਿਜ਼ਲਟ ਹੈ ਓਕੇ ਨਹੀਂ ਆਉਂਦਾ, ਫਿਰ ਉਹ ਸ਼ੁੱਧਤਾ ਦੇ ਵਿੱਚ। ਬਾਈ ਜੀ ਨਾ, ਜਿੱਦਾਂ ਕਬੱਡੀ ਦੇ ਜਿਹੜੇ ਹਾਲਾਤ ਨੇ ਤੁਸੀਂ ਵੀ ਉਹਨਾਂ ਤੋਂ ਜਾਣੂ ਹੋ, ਵੱਖ-ਵੱਖ ਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਫੈਡਰੇਸ਼ਨਾਂ ਨੇ ਹੋਂਦ ਦੇ ਵਿੱਚ ਆਈਆਂ ਹੋਈਆਂ ਨੇ। ਪੰਜਾਬ ਦੇ ਵਿੱਚ ਵੀ ਪਹਿਲਾਂ 3 ਕਬੱਡੀ ਫੈਡਰੇਸ਼ਨਾਂ ਚੱਲਦੀਆਂ ਸੀ, 4ਥੀ ਵੀ ਮੇਜਰ ਲੀਗ ਪਿਛਲੇ ਸੀਜ਼ਨ ਦੇ ਵਿੱਚ ਹੋਂਦ ਦੇ ਵਿੱਚ ਆਈ ਹੋ।
ਤੁਸੀਂ ਕਿਵੇਂ ਦੇਖਦੇ ਹੋ ਕਬੱਡੀ ਦੀ ਇੱਕ ਬਾਡੀ ਕਿਉਂ ਨਹੀਂ ਬਣਦੀ ਹੈਗੀ, ਇੱਕ ਰੂਲ ਕਿਉਂ ਨਹੀਂ ਬਣਦੇ, ਸਿਧਾਂਤ ਕਿਉਂ ਨਹੀਂ ਇੱਕ ਹੁੰਦੇ, ਵੀ ਕਮੀ ਕਿੱਥੇ ਆ? ਕਬੱਡੀ ਜਿਸ ਤਰ੍ਹਾਂ ਦੀ ਵੀ ਹੁਣ ਚੱਲ ਰਹੀ ਹੈ ਮੈਂ ਇਹਨੂੰ ਬਹੁਤ ਚੰਗੀ ਗਿਣਦਾ। ਮੇਰੇ ਨਜ਼ਰੀਏ ਦੇ ਨਾਲ ਦੇਖੋਗੇ ਤੇ ਬਹੁਤ ਜ਼ਿਆਦਾ ਚੰਗੀ ਹੈ। ਜਿਹੜਾ ਵੀ ਇਨਸਾਨ ਕਬੱਡੀ ਦੀ ਜੌਬ ਕਰ ਰਿਹਾ ਹੈ, ਕਬੱਡੀ ਦੇ ਵਿੱਚ ਕੰਮ ਕਰ ਰਿਹਾ ਹੈ, ਚਾਹੇ ਉਹ ਕੋਚ ਹੈ, ਚਾਹੇ ਉਹ ਰੈਫਰੀ ਹੈ, ਚਾਹੇ ਉਹ ਕਮੇਟੀਆਂ ਹੈ, ਚਾਹੇ ਉਹ ਪ੍ਰਮੋਟਰ ਹੈ, ਤੇ ਮੈਂ ਦੁਆਵਾਂ ਕਰਦਾ ਹੁੰਦਾ ਕਿ ਪ੍ਰਮਾਤਮਾ ਇਹਦਾ ਜਿਹੜਾ ਰੁਜ਼ਗਾਰ ਹੈ, ਇਹਦਾ ਬਿਜ਼ਨਸ ਹੈ, ਉਹ ਬਹੁਤ ਉੱਚਾ ਚਲਿਆ ਜਾਵੇ, ਬਹੁਤ ਵੱਧ ਜੇ, ਇਹਦੀ ਉਮਰ ਲੰਮੀ ਹੋ ਜੇ। ਇਹ ਮੇਰੇ ਦੁਆ ਮਨ ਦੇ ਵਿੱਚੋਂ ਨਿਕਲਦੀ ਆ, ਕਿਉਂਕਿ ਮੈਂ ਕਬੱਡੀ ਨੂੰ ਪਿਆਰ ਕਰਦਾ। ਆਈ ਲਵ ਯੂ ਕਬੱਡੀ। ਜਿਹੜੀਆਂ ਊਣਤਾਈਆਂ ਇਹ ਦੁਨੀਆ ਸਾਰਿਆਂ ਦੇ ਵਿੱਚ, ਸਾਰੇ ਬਿਜ਼ਨਸਾਂ ਦੇ ਵਿੱਚ ਤੇ ਸਾਰੀ ਦੁਨੀਆ ਦੇ ਵਿੱਚ ਹੈ, ਕਿਉਂਕਿ ਹਰ ਇੱਕ ਇਨਸਾਨ ਇੱਕ ਨਸਲ ਦਾ ਨਹੀਂ ਗਾ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਉਹਦਾ ਜੀਨਸ ਇੱਕ ਨਹੀਂ, ਉਹਦੇ ਸੰਸਕਾਰ ਇੱਕ ਨਹੀਂ, ਉਹਦੇ ਮਨ ਦੀ ਬਣਤਰ ਅਲੱਗ-ਅਲੱਗ ਹੈ। ਤੇ ਉਹ ਅਲੱਗ ਬਣਤਰ ਜਿਵੇਂ ਕਦੇ ਕਦੇ ਮੈਂ ਹਿਟਲਰ ਦੀ ਐਗਜ਼ਾਮਪਲ ਦਿੰਦਾ ਹਾਂ ਕਿ ਹਿਟਲਰ ਨੂੰ ਕਮਾਂਡ ਸਾਂਭਤੀ, ਮੌਸਤੰਗ ਨੂੰ ਕਮਾਂਡ ਸਾਂਭਤੀ, ਤੇ ਉਹ ਜਦੋਂ ਕਮਾਂਡ ਸਾਂਭ ਕੇ ਉੱਚੀ ਪਦਵੀ ਤੇ ਆਇਆ ਤੇ ਉਹਦੇ ਮਨ ਦੇ ਵਿੱਚ ਜਿਹੜਾ ਕੀ ਹੋਇਆ ਕਿ ਇੰਨੇ ਲੋਕ ਦੁਨੀਆ ਤੇ ਚਾਹੀਦੇ ਨਹੀਂ, ਦੁਨੀਆ ਤੇ ਲੋਕ ਜ਼ਿਆਦੇ ਆ, ਤੇ ਉਹਨੇ ਬਹੁਤ ਸਾਰੇ ਆਦਮੀਆਂ ਦਾ ਕਤਲ ਕਰਵਾਤਾ। ਕਿਉਂ? ਕਿਉਂਕਿ ਹਿਟਲਰ ਦੀ ਜਿਹੜੀ ਨਸਲ ਸੀ ਉਹ ਮਤਲਬ ਕ੍ਰੋਧ ਦੀ ਸੀ, ਕ੍ਰੋਧ ਦੇ ਵਿੱਚ ਸੀ, ਉਹਦੀ ਨਸਲ ਅੰਦਰੋਂ ਸਿਸਟਮ ਦੇ ਵਿੱਚ ਹੀ ਉਸ ਤਰ੍ਹਾਂ ਦਾ ਸੀਗਾ ਕ੍ਰੋਧ। ਜਿਹੜੇ ਇਨਸਾਨ ਦੇ ਜੀਨਸ ਦੇ ਵਿੱਚ, ਸੰਸਕਾਰਾਂ ਦੇ ਵਿੱਚ ਕ੍ਰੋਧ ਪੈਦਾ ਹੋ ਗਿਆ ਤੇ ਜ਼ਿੰਦਗੀ ਜੰਪ ਕਰਕੇ ਉੱਪਰ ਚਲੀ ਗਈ ਤੇ ਉਹਨੂੰ ਕੋਈ ਨਾ ਕੋਈ ਅਧਿਕਾਰ ਮਿਲ ਗਿਆ, ਉਹਨੇ ਉਹ ਚੀਜ਼ ਦਾ ਇਸਤੇਮਾਲ ਕਰਨਾ ਹੈ, ਉਹਨੂੰ ਆਪਾਂ ਸਟਰੇਟ ਨਹੀਂ ਕਰ ਸਕਦੇ। ਜਿਵੇਂ ਮੈਂ ਇੱਥੇ ਐਗਜ਼ਾਮਪਲ ਇੱਕ ਹੋਰ ਖੋਲ੍ਹਦਾ ਹੁੰਦਾ ਕਿ ਥੋੜ੍ਹੀ ਜਿਹੀ ਗੱਡੀ ਟੁੱਟ ਗਈ ਹੈ ਤੇ ਡੈਂਟਿੰਗ ਵਾਲਾ ਕਹਿੰਦਾ ਲਿਆਓ ਮੈਂ ਬਣਾ ਦਿੰਦਾ, ਤੇ ਥੋੜ੍ਹੀ ਜਿਹੀ ਗੱਡੀ ਹੋਰ ਟੁੱਟ ਗਈ ਤੇ ਫਿਰ ਡੈਂਟਿੰਗ ਵਾਲਾ ਕਹਿੰਦਾ ਲਿਆਓ ਮੈਂ ਬਣਾ ਦਿੰਦਾ। ਤੀਜੀ ਵਾਰ ਐਕਸੀਡੈਂਟ ਕਾਫੀ ਹੋ ਗਿਆ, ਫਿਰ ਅਜੇ ਡੈਂਟਿੰਗ ਵਾਲਾ ਮਿਸਤਰੀ ਕਹਿੰਦਾ ਮੰਨਦਾ ਹੈ ਕਿ ਲਿਆਓ ਮੈਂ ਬਣਾ ਦਿੰਦਾ। ਹੁਣ ਚੌਥਾ ਐਕਸੀਡੈਂਟ, ਗੱਡੀ ਚਿੱਪੀ ਗਈ ਤੇ ਡੈਂਟਿੰਗ ਵਾਲਾ ਹੱਥ ਖੜੇ ਕਰ ਗਿਆ, ਮੈਥੋਂ ਨਹੀਂ ਬਣਨੀ ਗੱਡੀ, ਇਹਨੂੰ ਸਕ੍ਰੈਪ ਦੇ ਵਿੱਚ ਭੇਜ ਦਿਓ। ਕਦੇ ਕਦੇ ਆਪਣਾ ਮਨ ਸਕ੍ਰੈਪ ਚਲਿਆ ਜਾਂਦਾ ਹੈ, ਆਦਤਾਂ ਗਲਤ ਹੋ ਗਈਆਂ, ਕੋਈ ਬੰਦਾ ਜੈਲਸੀ ਕਰਨ ਲੱਗ ਗਿਆ, ਅੱਕਣ ਲੱਗ ਗਿਆ, ਉਹਦੀ ਮਾਨਸਿਕਤਾ ਬਹੁਤ ਜ਼ਿਆਦਾ ਖਰਾਬ ਹੋ ਗਈ, ਕਿਸੇ ਚੀਜ਼ ਦੀ ਆਦੀ ਹੋ ਗਈ, ਤੇ ਉਹ ਮਨ ਜਿਹੜਾ ਸਕ੍ਰੈਪ ਚੱਲਿਆ ਗਿਆ, ਉਹਦੇ ਤੇ ਤੁਸੀਂ ਜਿੰਨੇ ਮਰਜ਼ੀ ਲੈਸਨ ਲਾ ਲਓ, ਜਿੰਨਾ ਮਰਜ਼ੀ ਵਧੀਆ ਮਾਹੌਲ ਦੇ ਦਿਓ। ਤੇ ਮੈਂ ਕਹਿੰਦਾ ਹੁੰਦਾ ਮਹਾਰਾਜ ਦੀ ਬਾਣੀ ਨੂੰ ਕਿ ਪ੍ਰਮਾਤਮਾ ਹੁਣ ਤੇਰੇ ਤੇ ਡੋਰੀਆਂ ਹੈ, ਤੂੰ ਇਹਨੂੰ ਸਟਰੇਟ ਕਰ ਸਕਦਾ ਹੈ, ਤੂੰ ਇਹਨੂੰ ਸ਼ੁੱਧਤਾ ਦੇ ਵਿੱਚ ਲਿਆ ਸਕਦਾ ਹੈ, ਪਰ ਨਹੀਂ, ਇਨਸਾਨ ਦਾ ਉਸ ਸਟੇਜ ਤੋਂ ਸ਼ੁੱਧਤਾ 'ਚ ਆਉਣਾ ਬਹੁਤ ਮੁਸ਼ਕਿਲ ਹੈ। ਮੈਂ ਮੈਡੀਕਲ ਸਾਇੰਸ, ਮੈਂ ਇਹ ਡਾਕਟਰੀ ਲਾਈਨ ਦੀਆਂ ਬੁੱਕਸਾਂ ਮਾਨਸਿਕਤਾ ਦੇ ਬਾਰੇ ਪੜ੍ਹਦਾ ਤੇ ਖੋਲ੍ਹਦਾ, ਮੈਂ ਇਹਦੀ ਬਰੀਕੀ 'ਚ ਪਹੁੰਚਦਾ। ਮੈਨੂੰ ਨਹੀਂ ਲੱਗਦਾ ਕਿ ਆਦਤ ਬੰਦੇ ਦੀ ਹਟਾਉਣੀ ਸੌਖੀ ਆ, ਇਹ ਬਹੁਤ ਔਖੀ ਹੈ। ਸਭ ਤੋਂ ਔਖਾ ਕੰਮ ਮੈਂ ਆਪਦੇ ਸਟੂਡੈਂਟਾਂ ਨੂੰ ਕਹਿਣਾ ਹੁੰਦਾ ਹੈ, ਆਪਣੇ ਆਪ ਨੂੰ ਬਦਲਣਾ, ਆਪਣੇ 'ਚੋਂ ਮਾੜੀਆਂ ਆਦਤਾਂ ਚੁਣ ਚੁਣ ਕੇ ਲਿਖ ਲਿਖ ਕੇ ਬਾਹਰ ਕੱਢ ਦੇਣੀਆਂ ਤੇ ਸਿਆਣੀਆਂ ਆਦਤਾਂ ਆਪਣੇ ਅੰਦਰ ਐਂਟਰ ਕਰ ਲੈਣੀਆਂ ਤੇ ਫਿਰ ਉਹਨਾਂ ਨੂੰ ਲਾਗੂ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਲੈਣੀ। ਬਿਲਕੁਲ ਬਾਈ, ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਕਬੱਡੀ ਫੈਡਰੇਸ਼ਨ ਵੱਖ-ਵੱਖ ਹੋਂਦ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਵੀ ਅਸੀਂ ਇੱਕਜੁੱਟ ਤਾਂ ਨਹੀਂ ਹੈਗੇ, ਸਾਡੇ ਜਿਹੜੇ ਸੁਭਾਅ ਨੇ ਵੱਖੋ ਵੱਖਰੇ ਨੇ। ਵੱਖੋ ਵੱਖਰੇ, ਰਾਈਟ, ਵੈਰੀ ਗੁੱਡ। ਇੱਕ ਦਫਾ ਮੈਂ ਹੋਰ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਜਾਣਕਾਰੀ। ਅਮਨਾ ਲੋਪੋ ਵਾਲਾ ਮੇਰੇ ਕੋਲ ਇੱਥੇ ਆਉਂਦਾ ਸੀਗਾ, ਮੈਂ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨੂੰ ਮੈਂ ਇਹ ਵੀ ਕਿਹਾ ਕਿ ਤੁਹਾਡੀ ਕਮੈਂਟਰੀ ਮੈਂ ਬਹੁਤ ਗੌਰ ਨਾਲ ਸੁਣਦਾ, ਬਹੁਤ ਸ਼ੁੱਧਤਾ ਵਾਲੇ ਬੋਲ ਹੈ, ਪਰ ਇਸ ਤੋਂ ਵੀ ਅੱਗੇ ਲੈ ਕੇ ਜਾਓ, ਇਸ ਤੋਂ ਵੀ ਅੱਗੇ ਲੈ ਕੇ ਜਾਓ। ਤੁਸੀਂ ਕੈਨੇਡਾ 'ਚ ਜਾਂਦੇ ਆ ਅਤੇ ਉਹ ਲੋਕਾਂ ਦੀ ਸੰਤੁਸ਼ਟੀ ਇੰਗਲਿਸ਼ ਦੇ ਵਿੱਚ ਕਮੈਂਟਰੀ ਕਰਕੇ ਕਰਾਓ, ਚੰਗੇ ਚੰਗੇ ਲਫ਼ਜ਼ ਲਾਓ, ਚੰਗੇ ਸਿੱਖੀ ਧਰਮ 'ਚੋਂ ਕੁਛ ਸਿੱਖੋ, ਕੁਛ ਚੰਗੀਆਂ ਬੁੱਕਸਾਂ ਦੇ ਵਿੱਚੋਂ ਚੰਗੇ ਲਫ਼ਜ਼ ਲੈ ਕੇ ਲਾਓ, ਤਾਂ ਕਿ ਤੁਸੀਂ ਰੈਗੂਲਰ ਇਹ ਚੀਜ਼ 'ਤੇ ਬਣੇ ਰਹੋ। ਭਲਕੇ ਦੋਸ਼ੀ ਨਾ ਠਹਿਰਾਓ ਕਿ ਮੇਰੀ ਮਾਰਕੀਟ ਡਾਊਨ ਹੋ ਗਈ, ਦੋਸ਼ੀ ਨਾ ਠਹਿਰਾਓ ਕਿਸੇ ਨੂੰ। ਆਪਣੀ ਮੱਤ ਨੂੰ ਤਬਦੀਲੀ ਕਰ ਲਓ, ਆਪਣੀ ਮੱਤ ਨੂੰ ਤੇਜ਼ ਕਰ ਲਓ ਅਤੇ ਸੈਮੀਨਾਰ ਲਵਾਓ,
ਮੇਰੇ ਕਹਿਣ ਤੇ ਇੱਕ ਰੂਮੀ ਸੈਮੀਨਾਰ ਰੱਖਿਆ ਗਿਆ। ਪਰ ਮੇਰਾ ਇਸ ਤਰ੍ਹਾਂ ਦਾ ਨਹੀਂ ਸੀ ਕਹਿਣਾ ਕਿ ਉਹ ਸੈਮੀਨਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਜਾਣ। ਨਹੀਂ, ਸੈਮੀਨਾਰ ਦੇ ਵਿੱਚ ਵਿਚਾਰਾਂ ਹੋਣ ਮੱਤ ਨੂੰ ਬਦਲਣ ਵਾਸਤੇ। ਅੱਜ ਲੋੜ ਹੈ ਪਿੰਡਾਂ ਨੂੰ, ਮੈਂ ਪਿੰਡ ਪਿੰਡ ਜਾਂਦਾ, ਲਾਸਟ ਦਿਨ ਕੈਂਪ ਦੇ ਲਾਸਟ ਦਿਨ ਮੈਂ ਇੱਕ ਛੋਟਾ ਸੈਮੀਨਾਰ ਰੱਖਦਾ ਜਿਹਦੇ 'ਚ ਮੈਂ 2 ਬੁਲਾਰੇ ਮੰਗਾਉਣਾ ਬੋਲਣ ਵਾਸਤੇ। ਮੈਂ ਆਪਦੇ ਸਟੂਡੈਂਟਾਂ ਨੂੰ ਕਹਿੰਦਾ ਤੁਸੀਂ ਐਵਰੀਡੇ ਹਰ ਰੋਜ਼ ਮੇਰਾ ਲੈਕਚਰ ਸੁਣਦੇ ਆ, ਹਫ਼ਤੇ 'ਚ ਇੱਕ ਦਿਨ ਮੇਰਾ ਲੈਕਚਰ ਸੁਣਦੇ ਆ। ਅੱਜ ਕੋਈ ਨਵੇਂ ਬੁਲਾਰੇ, ਲਾਸਟ ਦਿਨ ਆਪਾਂ ਨਵੇਂ ਬੁਲਾਰੇ ਬੁਲਾ ਕੇ ਆਪਾਂ ਕੋਈ ਬੋਲ ਸੁਣਦੇ ਆ ਸ਼ੁੱਧਤਾ ਵਾਲੇ। ਆਪਾਂ ਨੂੰ ਵੀ ਪਤਾ ਲੱਗੂ ਕਿ ਮੇਰਾ ਬੋਲਿਆ ਹੋਇਆ ਇਹਨਾਂ ਦਾ ਬੋਲਿਆ ਹੋਇਆ ਕਿੰਨਾ ਕੁ ਫਰਕ ਹੈ, ਇਹਨਾਂ ਦੇ ਦ੍ਰਿਸ਼ਟੀਕੋਣ ਦਾ, ਸ੍ਰਿਸ਼ਟੀਕੋਣ ਦਾ ਕਿਸ ਤਰ੍ਹਾਂ ਦਾ ਦੇਖਣ ਦਾ ਨਜ਼ਰੀਆ ਹੈ, ਮੇਰਾ ਸ੍ਰਿਸ਼ਟੀਕੋਣ, ਮੇਰਾ ਦ੍ਰਿਸ਼ਟੀਕੋਣ, ਮੇਰੇ ਲਫ਼ਜ਼ਾਂ ਦੀ ਚੋਣ, ਮੈਂ ਜਿਹੜੇ ਤੁਹਾਨੂੰ ਸਿਖਾ ਰਿਹਾ ਮੈਂ ਕਿੱਥੇ ਕੁ ਖੜਾ। ਇਹ ਤੁਸੀਂ ਡਿਸੀਜਨ ਲੈ ਕੇ ਤੁਸੀਂ ਫਾਈਨਲ ਕਰਕੇ ਮੈਨੂੰ ਦੱਸਣਾ ਹੈ ਕਿ ਬਾਈ ਤੁਹਾਡੇ ਦੱਸੇ ਹੋਏ ਸ਼ਬਦ ਜਿਹੜੇ ਆ ਉਹ ਇਸ ਤਰ੍ਹਾਂ ਲੱਗ ਰਹੇ ਆ, ਇਹਨਾਂ ਦਾ ਬੋਲਿਆ ਹੋਇਆ ਸਾਨੂੰ ਇਸ ਤਰ੍ਹਾਂ ਦਾ ਲੱਗ ਰਿਹਾ। ਮੈਂ ਆਪਦੇ ਪਲੇਅਰਾਂ ਨੂੰ ਇਹ ਗੱਲ ਵਾਰ-ਵਾਰ ਕਹਿਣਾ, ਵਾਰ-ਵਾਰ ਕਹਿਣਾ। ਬਿਲਕੁਲ ਬਾਈ ਜੀ, 23 ਜਨਵਰੀ ਦਾ ਦਿਨ ਸੀ 2016 ਦਾ। ਰੂਮੀ ਪਿੰਡ ਸੈਮੀਨਾਰ ਰੱਖਿਆ ਗਿਆ, ਆਪਾਂ ਸਾਰੇ ਜਣੇ ਪੁੱਜੇ ਨਾ ਉੱਥੇ। ਮੇਰਾ ਖਿਆਲ ਨਾਲ ਜੋ ਮੈਂ ਸੋਚਿਆ ਸੀ ਉਹ ਸੈਮੀਨਾਰ ਦੇ, ਉਹਦਾ ਮਕਸਦ ਹੋਰ ਸੀ ਰੱਖਣ ਦਾ, ਪਰ ਉਹ ਚਲਿਆ ਹੋਰ ਪਾਸੇ ਗਿਆ। ਹੋਰ ਪਾਸੇ ਚਲਿਆ। ਕਾਰਨ ਇਹੀ ਹੋ ਗਿਆ ਵੱਖੋ ਵੱਖ ਸੁਭਾਅਾਂ ਦੇ, ਜਿੱਦਾਂ ਮੇਰਾ ਸੁਭਾਅ ਅਲੱਗ ਆ, ਉੱਥੇ ਅਨੇਕਾਂ ਪ੍ਰਮੋਟਰ ਆਏ, ਦੋਨੋਂ ਫੈਡਰੇਸ਼ਨ ਦੇ ਨੁਮਾਇੰਦੇ ਆਏ, ਉਹਨਾਂ ਦਾ ਸੁਭਾਅ ਅਲੱਗ ਆ। ਆਪਣਾ ਵਿਸ਼ਾ ਹੋਰ ਸੀ ਰੱਖਣ ਦਾ ਕਿ ਯਾਰ ਆਪਾਂ ਇਕਜੁੱਟ ਹੋ ਜਾਈਏ, ਇਕੱਠੇ ਹੋ ਜਾਈਏ, ਵੀ ਪਲੇਅਰਾਂ ਨੂੰ ਅਵੇਅਰਨੈਸ ਕਰੀਏ, ਜਿਹੜਾ ਉਸ ਸਮੇਂ ਮੁੱਦਾ ਸੀ। ਪਰ ਜਿਹੜੀ ਉਹ ਗੱਲਬਾਤ ਸੀ ਉਹ ਹਟ ਕੇ ਹੋਰ ਪਾਸੇ ਚਲੀ ਗਈ। ਹੋਰ ਪਾਸੇ ਫਿਰ ਮੇਰੇ ਕੰਨੀ ਕੁਝ ਬੋਲ ਪਏ, ਕਹਿੰਦੇ ਵੀ ਸੈਮੀਨਾਰ ਕਰਾਇਆ ਸੀ, ਅਸਰ ਤਾਂ ਕੋਈ ਹੋਇਆ ਨਹੀਂ। ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਵੱਡਾ ਫੱਟ ਲੱਗਿਆ ਹੋਇਆ ਜ਼ਖਮ ਦਾ ਇੱਕ ਪੱਟੀ ਦੇ ਨਾਲ ਨਹੀਂ ਲੋਟ ਆਉਣਾ। ਜੇ ਤੁਸੀਂ ਇੱਕ ਪੱਟੀ ਕਰਕੇ ਉਹਨੂੰ ਜ਼ਖਮ ਨੂੰ ਉਠਾਉਣ ਨੂੰ ਫਿਰੋਗੇ, ਨਹੀਂ ਲੋਟ ਆਉਣਾ। ਇਸ ਸੈਮੀਨਾਰਾਂ ਨੂੰ ਅਲੱਗ-ਅਲੱਗ ਪਿੰਡਾਂ ਦੇ ਵਿੱਚ, ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੰਡ ਦਿਓ। ਸੈਮੀਨਾਰ ਦੇ ਵਿੱਚ ਬੋਲਣ ਵਾਲਿਆਂ ਦੀ ਚੋਣ, ਬਕਾਇਦਾ ਇੰਟਰਵਿਊ। ਜਿਵੇਂ ਅਕੈਡਮੀ ਬਣਾਉਣ ਤੋਂ ਪਹਿਲਾਂ ਇੱਕ ਹੋਰ ਵਿਸ਼ਾ ਲੈ ਲਓ, ਅਕੈਡਮੀਆਂ ਬਣ ਗਈਆਂ, ਫੇਲ ਹੋ ਗਈਆਂ, ਅਕੈਡਮੀਆਂ ਬਣ ਗਈਆਂ, ਫੇਲ ਹੋ ਕੇ ਬਦਲੀਆਂ ਗਈਆਂ। ਲੇਕਿਨ ਮੈਂ ਅਕੈਡਮੀ 'ਚ ਕਹਿੰਦਾ ਕਿ ਅਕੈਡਮੀ ਦੀ ਚੋਣ ਪਲੇਅਰਾਂ ਨਾ ਪਹਿਲਾਂ ਕਰੋ, ਪਹਿਲਾਂ ਕੋਚ ਦੀ ਚੋਣ ਕਰੋ ਕਿ ਜਿਹੜਾ 15 ਪਲੇਅਰਾਂ ਨੂੰ ਸੰਤੁਸ਼ਟ ਕਰ ਸਕਦਾ ਹੈ, ਜਿਹੜਾ 15 ਪਲੇਅਰਾਂ ਨੂੰ ਗਾਈਡ ਕਰ ਸਕਦਾ ਹੈ, ਜਿਹੜਾ 15 ਪਲੇਅਰਾਂ ਦੀ ਜ਼ਿੰਦਗੀ ਦੇ ਸਲੈਬਸ ਨੂੰ ਬਿਲਕੁਲ ਦੱਸ ਸਕਦਾ ਕਿ ਸੱਜਣਾ ਆਹ ਕੰਮ ਕਰੇਗਾ ਤੇ ਤੇਰਾ ਨੁਕਸਾਨ ਹੋ ਜੂ ਆਉਣ ਵਾਲੇ ਸਮੇਂ 'ਚ। ਤੂੰ ਇਸ ਤਰ੍ਹਾਂ ਦ੍ਰਿੜਤਾ ਦੇ ਨਾਲ ਅਕੈਡਮੀ ਨੂੰ ਉੱਪਰ ਚੱਕੇਗਾ ਤੇ ਤੇਰਾ ਜੀਵਨ ਉੱਪਰ ਜਾਊਗਾ, ਤੇਰੀ ਆਰਥਿਕਤਾ ਬਹੁਤ ਚੰਗੀ ਹੋ ਜੂਗੀ। ਤੂੰ ਅਕੈਡਮੀ 'ਚ ਜ਼ੋਰ ਲਾ ਕੇ ਦਿਖਾਏਗਾ ਤੇ ਤੇਰੇ ਅੱਗੇ ਪੈਸਾ ਪਿਆ ਹੈ, ਤੂੰ ਹੋਰ ਉਤਸ਼ਾਹ ਕਰੇਗਾ। ਜਿਵੇਂ ਮੈਂ ਆਪਣੇ ਪਲੇਅਰਾਂ ਨੂੰ ਜਦੋਂ ਅਕੈਡਮੀ 'ਚ ਭੇਜਦਾ, ਉਹਨਾਂ ਨੂੰ ਕਹਿੰਦਾ ਉਹਨਾਂ ਜਿੰਨੇ ਮੈਚ ਕੋਚ ਦੇ ਨਾਲ ਤੇਰਾ ਐਗਰੀਮੈਂਟ ਹੋ ਗਿਆ, ਇੱਕ ਦਿਨ ਲੇਟ ਨਹੀਂ ਹੋਣਾ ਚਾਹੀਦਾ। 1 ਘੰਟਾ ਪਲੇਅਰਾਂ ਨਾਲੋਂ ਪਹਿਲਾਂ ਉੱਥੇ ਬੈਠਾ ਹੋਵੇਂ ਤੇ ਅਕੈਡਮੀ ਦੇ ਕੋਚ ਦਾ ਆਗਿਆਕਾਰੀ ਹੋਵੇਂ। ਇਸ ਤਰ੍ਹਾਂ ਤੂੰ ਖੇਡਣਾ ਉਹਦੇ ਨਾਲ। ਤੂੰ ਕੋਚ ਲਈ ਨਹੀਂ ਖੇਡਦਾ, ਤੂੰ ਦਰਸ਼ਕਾਂ ਲਈ ਖੇਡਦਾ ਹੈ। ਭੁਲੇਖੇ 'ਚ ਨਾ ਰਹਿ ਜੀ ਮੈਂ ਫਲਾਨੀ ਅਕੈਡਮੀ 'ਚ ਖੇਡਦਾ, ਮੈਂ ਨਹੀਂ ਜ਼ੋਰ ਲਾਉਣਾ। ਮੈਂ ਕਿਹਾ ਤੂੰ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਰਿਹਾ। ਤੂੰ ਜਿਹੜੀ ਮਰਜ਼ੀ ਅਕੈਡਮੀ 'ਚ ਖੇਡਦਾ, ਫੁੱਲ ਜ਼ੋਰ ਲਾ ਕੇ ਖੇਡ। ਜਿਹੜੀ ਮਰਜ਼ੀ ਅਕੈਡਮੀ 'ਚ ਖੇਡਦਾ, ਉਸ ਅਕੈਡਮੀ ਦੀ ਦੁਆ ਮੰਗ, ਉਸ ਅਕੈਡਮੀ ਦੇ ਬਾਰੇ ਅਰਦਾਸ ਕਰਕੇ ਪ੍ਰਮਾਤਮਾ ਇਸ ਅਕੈਡਮੀ ਨੂੰ ਤਾਂ ਲੈ ਕੇ ਜਾ, ਇਸ ਕੋਚ ਨੂੰ ਹੋਰ ਉੱਪਰ ਚੱਕ ਤਾਂ ਕਿ ਤੁਹਾਨੂੰ ਸਟੇਜ ਬਣ ਗਈ, ਤੁਹਾਨੂੰ ਉੱਡਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਬਿਲਕੁਲ ਬਾਈ, 2016 ਦੇ ਸੈਮੀਨਾਰ ਤੋਂ ਬਾਅਦ 1-2 ਸੈਮੀਨਾਰ ਪੰਜਾਬ ਦੀਆਂ ਜਿਹੜੀਆਂ ਉਸ ਸਮੇਂ 2 ਫੈਡਰੇਸ਼ਨਾਂ ਉਹਨਾਂ ਦੇ ਵੱਲੋਂ ਰੱਖੇ ਗਏ। ਪਰ ਉਹਦੇ ਵਿੱਚ ਕਾਰਨ ਇਹੀ ਸੀ, ਸਾਡੇ ਮਾਲਵੇ ਦੇ ਜਿਹੜੇ ਪਲੇਅਰ ਆ ਪੂਰੇ ਪੁੱਜਦੇ ਨਹੀਂ ਸੀ। ਜਿੱਦਾਂ ਰੂਮੀ ਸੈਮੀਨਾਰ ਹੋਇਆ, ਦੁਆਬੇ ਦੇ ਸਾਰੇ ਪਲੇਅਰ ਆਏ ਸੀ, ਲੈ ਨੰਗਲੰਬੀਆਂ ਤੇ ਸੰਦੀਪ ਤੋਂ ਮੰਗਤ ਮੰਗੀ, ਖੁਸ਼ੀ ਦੁੱਗਾ ਵੀ ਪੁੱਜਿਆ। ਜਿਹੜੀ ਪਰ ਆਪਣੀ ਜਗਰਾਓਂ ਬੈਲਟ ਸੀ, ਕੈਂਪ ਵੀ ਜਗਰਾਓਂ ਦੇ ਨਜ਼ਦੀਕ ਰੱਖਿਆ ਗਿਆ। ਉਹਨਾਂ ਦਿਨਾਂ ਦੇ ਵਿੱਚ ਪਲੇਅਰ ਵੀ ਜ਼ਿਆਦਾ ਜਗਰਾਓਂ ਮੋਗੀ ਬੈਲਟ ਦੇ ਵੱਧ ਸੀਗੇ। ਪਰ ਉਹ ਇੱਕ ਫੇਲ ਹੋਣ ਦਾ ਕਾਰਨ ਇਹੀ ਹੋਇਆ ਵੀ ਸਾਡੇ ਪਲੇਅਰਾਂ ਨੇ ਰੁਚੀ ਨਹੀਂ ਦਿਖਾਈ ਕੈਂਪਾਂ ਦੇ ਪ੍ਰਤੀ, ਜਾਂ ਜਿਹੜੇ ਸੈਮੀਨਾਰ ਲੱਗੇ। ਮੈਂ ਸੌਰੀ ਮੰਗਦਾ। ਮੇਰੇ ਕੋਲ ਇੱਕ ਲਿਸਟ ਹੈ ਜਿਨ੍ਹਾਂ ਨੇ 15 ਸਾਲ ਕਬੱਡੀ ਖੇਡੀ ਹੈ, ਜਿਨ੍ਹਾਂ ਨੇ 10 ਸਾਲ ਕਬੱਡੀ ਖੇਡੀ ਹੈ, ਕਬੱਡੀ 'ਚੋਂ ਬਹੁਤ ਪੈਸਾ ਕਮਾ ਲਿਆ। ਮੇਰੇ ਕੋਲ ਇੱਕ ਲਿਸਟ ਹੈ।
ਫਿਰ ਮੈਂ ਆਪਣੇ ਪਲੇਅਰਾਂ ਨੂੰ, ਜਿਹੜੇ ਨਿਊ ਪਲੇਅਰ ਆ ਮੇਰੇ, ਉਹਨਾਂ ਨੂੰ ਮੈਂ ਦੱਸਦਾ ਹੁੰਦਾ ਕਿ ਆਹ ਇਨਸਾਨ 15 ਸਾਲ ਆਪਣੀ ਕਬੱਡੀ ਨੂੰ ਆਪਣੇ ਲੈਵਲ 'ਤੇ ਟਿਕਾਈ ਰੱਖਿਆ, ਜਿੰਨੀ ਸ਼ੋਹਰਤ ਮਿਲ ਗਈ ਉਹ ਸੰਭਾਲ ਲਈ, ਜਿੰਨਾ ਪੈਸਾ ਮਿਲ ਗਿਆ ਉਹ ਸੰਭਾਲ ਲਿਆ। ਇਹਦਾ ਕਾਰਨ ਹੈ ਕਿ ਕਿਸੇ ਟੋਪਰ ਬੰਦੇ ਤੋਂ ਆਪਦੀ ਕੌਂਸਲਿੰਗ ਕਰਾ ਲੈਣੀ, ਆਪਦੀਆਂ ਮਨ ਦੀਆਂ ਹਰਕਤਾਂ ਬਾਰੇ ਪੁੱਛ ਲੈਣਾ। ਮੈਂ ਬਹੁਤ ਪਲੇਅਰਾਂ ਵਾਲੇ ਕਹਿ ਰਿਹਾ, ਜਿਵੇਂ ਏਕ ਮਠੂਰ ਮੇਰਾ ਫੇਵਰੇਟ ਪਲੇਅਰ ਸੀਗਾ ਔਰ ਇਸ ਇਲਾਕੇ ਦਾ ਮੰਨਿਆ ਪਲੇਅਰ ਸੀਗਾ। ਪੱਪੂ ਚੂੜ ਚੱਕੀਆ, ਗੋਰਾ ਗੋਲੇ ਵਾਲੀਆ, ਟੋਪਰ ਪਲੇਅਰ ਸੀ। ਬਲਜੀਤ ਸੈਦੂ ਵਾਲਾ ਟੋਪਰ ਪਲੇਅਰ, ਫਿਜ਼ੀਕਲ ਤੇ ਇੰਨੇ ਜ਼ਿਆਦਾ ਪਾਵਰਫੁੱਲ ਕਿ ਜੋ ਚਾਹੇ ਕਰ ਦੇਣ, ਜੋ ਚਾਹੇ ਕਰ ਦੇਣ। ਲੇਕਿਨ ਮਾਨਸਿਕ ਤਲ ਤੇ ਇਹਨਾਂ ਦੀ ਖੁਰਾਕ ਜਿਹੜੀ ਸੀ ਅਧੂਰੀ ਰਹਿ ਗਈ। ਮਾਨਸਿਕ ਤਲ ਤੇ ਖੁਰਾਕ ਨਹੀਂ ਮਿਲੀ। ਕਿਸੇ ਕੋਚ ਕੋਲੋਂ ਜਾ ਕੇ ਪੁੱਛਿਆ ਨਹੀਂਗਾ ਕਿ ਮੈਂ ਇਕੱਲੇ ਜੱਫੇ ਲਾ ਸਕਦਾ ਹਾਂ। ਉਹ ਤੋਂ ਆਪੋਜ਼ਿਟ ਮੈਨੂੰ ਮਿਲੀ ਸ਼ੋਹਰਤ, ਮਿਲਿਆ ਪੈਸਾ, ਉਹਦੀ ਸੰਭਾਲ ਮੈਂ ਨਹੀਂ ਕਰ ਸਕਦਾ। ਔਰ ਜਦੋਂ ਪਲੇਅਰ ਨੂੰ, ਜਦੋਂ ਮੇਰੇ ਕੋਲੋਂ ਅਕੈਡਮੀਆਂ 'ਚ ਐਂਟਰੀ ਮਾਰਦਾ, ਤੇ ਮੈਂ ਵਾਰ-ਵਾਰ ਬੇਨਤੀ ਦੇ ਰੂਪ 'ਚ ਪਲੇਅਰ ਨੂੰ ਦੱਸ ਰਿਹਾ ਹੁੰਦਾ ਕਿ ਹੁਣ ਪਲੇਅਰ ਆ, ਤੂੰ 500 ਤੋਂ 5000 ਵਾਲਾ ਪਲੇਅਰ ਬਣ ਗਿਆ। ਤੇਰਾ ਕੱਚਾ ਨਾਂ ਲੈਂਦੇ ਸੀ, ਹੁਣ ਸਪੀਕਰਾਂ 'ਚ ਪੱਕਾ ਨਾਂ ਬੋਲਣਾ ਹੈ, ਤੇਰੇ ਡੈਡੀ ਦਾ ਨਾਂ ਬੋਲੂਗਾ। ਪਰ ਇਹ ਸ਼ੋਹਰਤ ਤੇ ਇਹ ਪੈਸਾ ਸੰਭਾਲਣ ਲਈ ਜਿਹੜੀ ਮੇਰੀ ਪ੍ਰੈਕਟਿਸ ਲਈ ਹੈ, ਇਹ 25 ਪੈਸੇ ਹੈ। 75 ਪੈਸੇ ਪ੍ਰੈਕਟਿਸ ਹੋਰ ਗਤੀਵਿਧੀਆਂ ਤੈਨੂੰ ਇਹ ਸੰਭਾਲਣ ਵਾਸਤੇ ਲੈਣੀ ਪੈਣੀ ਹੈ। ਅਗਰ ਤੂੰ 25 ਪੈਸੇ ਵਾਲੀ ਪ੍ਰੈਕਟਿਸ ਦੇ ਨਾਲ 50 ਲੱਖ ਰੁਪਈਆ ਸਾਂਭਣ ਨੂੰ ਫਿਰਦਾ, ਨਹੀਂ ਹੋਣਾ। ਇਹ ਐਡੀ ਵੱਡੀ ਸ਼ੋਹਰਤ ਤੈਨੂੰ ਮਿਲਦੀ ਹੈ, ਤੇਰੇ ਸਪੀਕਰਾਂ 'ਚ ਨਾਮ ਬੋਲਦਾ, ਵਰਲਡ ਦੇ ਵਿੱਚ ਤੇਰਾ ਨਾਮ ਫੇਮਸ ਹੋ ਗਿਆ, ਤੈਨੂੰ ਸਾਰੀ ਦੁਨੀਆ ਦੇਖਦੀ ਕਿ ਉਹ ਜਾਂਦਾ ਬੱਚਾ ਬਈ, ਉਹ ਜਿਹੜਾ ਫਲਾਨਾ ਖੇਡਿਆ ਸੀ, ਉਹ ਜਾਂਦਾ ਬੱਚਾ ਫਲਾਨਾ ਖੇਡਿਆ ਸੀ। ਇਹਨੂੰ ਸੰਭਾਲਣਾ ਨੋਰਮਲ ਮਾਨਸਿਕਤਾ ਦੇ ਵੱਸ ਦਾ ਰੋਗ ਨਹੀਂਗਾ। ਤੂੰ ਕਲਾਸਾਂ ਲੈ, ਆਪਣੀ ਬੋਲੀ ਨੂੰ ਸਟਰੇਟ ਕਰ, ਆਪਣਾ ਰਹਿਣਾ ਸਹਿਣਾ ਬਦਲ ਦੇ, ਆਪਣਾ ਸਾਰਾ ਜਿਹੜਾ ਪਹਿਲੀਆਂ ਗਤੀਵਿਧੀਆਂ ਸਾਰੀਆਂ ਚੇਂਜ ਕਰਕੇ ਤੂੰ ਇੱਕ ਨਵਾਂ ਰੂਪ ਧਾਰ ਕਰ ਲਾ। ਤੇ ਫਿਰ ਤੂੰ ਦੇਖ ਕਿ ਜਿਹੜੀ ਸ਼ੋਹਰਤ ਹੈ, ਪੈਸਾ ਹੈ, ਇਹ ਰੈਗੂਲਰ ਬਣਿਆ ਰਹੂਗਾ ਤੇਰੇ ਕੋਲੇ। ਤੂੰ ਚਾਹੇਗਾ, ਇਹ ਮਾਸਪੇਸ਼ੀਆਂ ਹਜੇ ਵੀ ਮੈਂ ਕਹਿ ਦਿੰਦਾ ਹੁੰਦਾ, ਮੇਰੀਆਂ ਮਾਸਪੇਸ਼ੀਆਂ 55 ਸਾਲ ਦੀ ਏਜ 'ਚ ਮੈਂ ਚਲਿਆ ਗਿਆ ਤੇ ਮੈਂ 1500 ਛਪਾਟਾ ਹਜੇ ਵੀ ਸ਼ੋਲਡਰਾਂ ਰਾਹੀਂ ਕੱਢ ਦਿੰਦਾ ਨੋਰਮਲ। ਸੁਬਾਹ 1500 ਛਪਾਟਾ ਲੱਗਾ ਤੇ ਸ਼ਾਮ ਨੂੰ ਜਾ ਕੇ ਮੈਂ 100 ਕਿਲੋਮੀਟਰ ਤੇ ਪ੍ਰੈਕਟਿਸ ਕਰਵਾ ਦਿੰਦਾ। ਤੇ ਮੈਂ ਦੂਜੇ ਦਿਨ ਦੱਸਦਾ ਹੁੰਦਾ ਕਿ ਕੋਈ ਥਕੇਵਾਂ ਨਹੀਂ। ਮਸਲ ਮਾਸਪੇਸ਼ੀਆਂ ਰੈਗੂਲਰ ਕੰਮ ਦਿੰਦੀਆਂ। ਅਗਰ ਤੁਹਾਡੀ ਮਾਨਸਿਕਤਾ ਦੇ ਵਿੱਚ ਬਹੁਤ ਜ਼ਿਆਦਾ ਸਮਝ ਹੈ, ਤੁਸੀਂ ਜਾਗੇ ਹੋਏ ਹੈ, ਤੁਹਾਡੇ ਕੋਲੇ ਵੱਡੀ ਜਾਣਕਾਰੀ ਹੈ ਸਰੀਰ ਦੇ ਖੁਰਾਕ ਪ੍ਰਤੀ, ਮਾਨਸਿਕਤਾ ਦੀ ਖੁਰਾਕ ਪ੍ਰਤੀ ਤੁਹਾਡੇ ਕੋਲੇ ਵੱਡੀ ਜਾਣਕਾਰੀ ਹੈ, ਵੱਡਾ ਖਜ਼ਾਨਾ ਹੈ, ਤੇ ਫਿਰ ਤੁਸੀਂ ਨਾ ਤਾਂ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਹਿੱਲਣ ਦਿਓ ਤੇ ਨਾ ਆਪਣੇ ਕੈਰੀਅਰ ਨੂੰ ਥੱਲੇ ਜਾਣ ਦਿਓ। ਜਦੋਂ ਪੂਰੇ ਰੱਜ ਗਏ, ਐਨ ਜਮਾਂ ਓਕੇ ਹੋ ਗਿਆ, ਤੇ ਫਿਰ ਤੁਸੀਂ 40 ਸਾਲ ਤੋਂ ਬਾਅਦ ਕਹੇਂਗੇ ਕਿ ਮੈਂ ਹੁਣ ਕਬੱਡੀ ਨਹੀਂ ਖੇਡਣੀ, ਮੈਂ ਸਿਖਾਉਣ ਦੇ ਯੋਗ ਬਣ ਗਿਆ, ਤੇ ਦੁਨੀਆ ਤੁਹਾਡੇ ਕੋਲੇ ਚੱਲ ਕੇ ਆਊਗੀ ਕਿ ਬਾਈ ਤੂੰ ਮੈਨੂੰ ਦੱਸ, ਤੂੰ ਮੈਨੂੰ ਦੱਸ। ਇਸ ਤਰ੍ਹਾਂ ਕਰਕੇ ਫਿਰ ਸਾਰਾ ਕੁਝ ਓਕੇ ਹੋ ਗਿਆ। ਹੋ ਸਕਦਾ ਤੁਹਾਡੀ ਸਾਰੀ ਉਸ ਟਾਈਮ 'ਤੇ ਸੰਤੁਸ਼ਟੀ ਹੋ ਜੇ। ਤੇ ਫਿਰ ਖੇਡਣ ਤੋਂ ਬਾਅਦ ਜਿਵੇਂ ਪਹਿਲਾ ਪੜਾਅ, ਇਹ ਮੈਂ ਪੜਾਵਾਂ 'ਚ ਵੰਡ ਦਿੰਦਾ ਕਿ ਪਹਿਲਾ ਪੜਾਅ ਤੂੰ ਮੇਰੇ ਕੋਲੇ ਆ ਗਿਆ, ਇਹ ਪਹਿਲਾ ਪੜਾਅ ਪਾਰ ਕਰ ਗਿਆ, ਪਲੇਅਰ ਨਹੀਂ ਬਣਿਆ, ਤੂੰ ਮੇਰੇ ਕੋਲੇ ਗਰਾਊਂਡ 'ਚ ਆ ਗਿਆ, ਪਹਿਲਾ ਪੜਾਅ। ਹੁਣ ਦੂਜਾ ਪੜਾਅ ਕਿ ਮੇਰੀ ਪ੍ਰੈਕਟਿਸ ਨੂੰ ਤੂੰ ਸਿੱਖਣ ਦੇ ਵਾਲਾ ਮਨ ਬਣਾ ਲਾ, ਦੂਜਾ ਪੜਾਅ। ਤੀਜਾ ਪੜਾਅ ਤੂੰ ਪ੍ਰੈਕਟਿਸ ਨੂੰ ਸਿੱਖ ਗਿਆ, ਪਲੇਅਰ ਤੂੰ ਆਮ ਪਲੇਅਰਾਂ ਵਰਗਾ ਹੋ ਗਿਆ, ਤੂੰ ਹੁਣ ਅਕੈਡਮੀਆਂ 'ਚ ਜਾਣਾ, ਤੂੰ ਤੀਜਾ ਪੜਾਅ ਪੂਰਾ ਕਰ ਗਿਆ। ਤੇ ਚੌਥੇ ਪੜਾਅ ਦੇ ਵਿੱਚ ਕੈਸ਼ ਕਾਊਂਟਰ ਮਿਲੂਗਾ ਤੈਨੂੰ, ਤੂੰ ਕੈਸ਼ ਕਰਵਾ ਲੈਣਾ, ਤੂੰ ਮਤਲਬ ਸ਼ੋਹਰਤ ਕੈਸ਼ ਕਰਵਾ ਲਈ, ਤੂੰ ਪੈਸਾ ਕੈਸ਼ ਕਰਵਾ ਲਿਆ, ਤੇ ਇਹ ਚੌਥਾ ਪੜਾਅ ਪੂਰਾ ਕਰ ਗਿਆ। ਹੁਣ ਪੰਜਵਾਂ ਪੜਾਅ ਲਾਸਟ ਜਿਹੜਾ, ਇਹ ਸਾਰਾ ਕੁਝ ਰੱਖਣਾ, ਦੱਸਣਯੋਗ ਬਣਨਾ, ਤੇ ਲਾਸਟ ਤੇ ਫਿਜ਼ੀਕਲ ਤੇ ਵੀ ਫਿੱਟ ਰਹਿਣਾ। 50 ਸਾਲ ਦੀ ਉਮਰ ਹੈ, 45 ਸਾਲ ਦੀ ਏਜ ਹੈ, ਨਾ ਵੇਟ ਵਧਣ ਦਿੱਤਾ ਨਾ ਪੇਟ ਵਧਣ ਦਿੱਤਾ, ਤੇ ਆਪਣੀ ਬੋਲੀ ਨੂੰ ਇੰਨਾ ਨਿਖਾਰਤਾ ਕਿ ਜਿਸ ਇਨਸਾਨ ਕੋਲੇ ਬੈਠੇ ਦੁਬਾਰਾ ਉਹ ਮਜਬੂਰ ਹੋ ਜੇ ਕਿ ਮੈਂ ਦੂਰੀ ਵੀਰ ਫੇਰ ਇਹਦੀਆਂ ਗੱਲਾਂ ਸੁਣ ਲਈਆਂ, ਮੈਨੂੰ ਬੜਾ ਆਨੰਦ ਆਇਆ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਮੇਰਾ ਪਲੇਅਰ, ਇਸ ਤਰ੍ਹਾਂ ਦਾ ਮੇਰਾ ਪਲੇਅਰ ਹੋਵੇ। ਤੇ ਮੈਂ ਸੋਚਦਾ ਕਿ ਤੂੰ ਸਾਰੇ ਪੜਾਅ ਪਾਰ ਕਰਕੇ
ਸ਼ੁੱਧਤਾ ਦੇ ਵਿੱਚ ਆ ਗਿਆ। ਅੱਜ ਜੋ ਚਾਹੇਗਾ ਤੂੰ ਕਰ ਲਏਗਾ। ਇਹ ਲਾਸਟ ਵਾਲਾ ਸੀ ਇਸ ਤਰ੍ਹਾਂ। ਬਿਲਕੁਲ ਬਾਈ ਜੀ, ਸਾਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਬਹੁਤ ਧੰਨਵਾਦ ਮਾਲਵਾ ਟੀਵੀ ਦਾ, ਤੁਸੀਂ ਅੱਜ ਆਪਣਾ ਵਕਤ ਕੱਢਿਆ, ਮੇਰੇ ਬੋਲਾਂ ਨੂੰ ਸਾਰੀ ਦੁਨੀਆ ਦੇ ਰੂਬਰੂ ਕਰਾਇਆ। ਮੈਂ ਬਹੁਤ ਧੰਨਵਾਦ ਕਰਦਾ ਹਾਂ। ਪਰਮਾਤਮਾ ਕਰੇ ਤੁਹਾਡੇ ਬਿਜ਼ਨਸ ਨੂੰ ਹੋਰ ਚਾਰ ਚੰਨ ਲੱਗਣ, ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਨਾ ਆਵੇ, ਤੁਹਾਡੀ ਜ਼ਿੰਦਗੀ ਲੰਮੀ ਹੋ ਜੇ, ਮੈਂ ਦੁਆ ਕਰਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਅੱਜ ਆਪਾਂ ਬਾਈ ਭਗਵਾਨ ਸਿੰਘ ਜੀ ਰਾਮੂਵਾਲਾ ਸਾਹਿਬ ਨਾਲ ਲੰਬੀਆਂ ਗੱਲਾਂ ਬਾਤਾਂ ਕੀਤੀਆਂ ਖੇਡ ਕਬੱਡੀ ਦੇ ਕੈਰੀਅਰ ਬਾਰੇ, ਪਲੇਅਰਾਂ ਦੇ ਜੀਵਨ ਬਾਰੇ। ਸੋ ਤੁਹਾਨੂੰ ਸਾਡੀ ਅੱਜ ਦੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਨਾਲ ਹੀ ਸਾਡੇ ਮਾਲਵਾ ਟੀਵੀ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਹੋਰ ਅਨੇਕਾਂ ਸਾਡੀਆਂ ਆਉਣ ਵਾਲੀਆਂ ਇੰਟਰਵਿਊ ਦੇਖਣ ਦੇ ਲਈ ਮਾਲਵਾ ਟੀਵੀ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਾ। ਜਲਦੀ ਮਿਲਾਂਗੇ ਕਿਸੇ ਹੋਰ ਸੁਪਰਸਟਾਰ ਦੇ ਨਾਲ। ਤਦ ਤੱਕ ਲਈ ਰੱਬ ਰੱਖਾ।